ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਣੇ ਪਵਿੱਤਰ ਪਾਵਨ ਅੰਗ 107 ਤੋਂ ਰਾਗ ਮਾਝ ਦੇ ਰਾਹੀਂ ਆਪਣੇ ਪੰਜਵੇਂ ਸਰੂਪ ਦੁਆਰਾ ਪਵਿੱਤਰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਆਓ ਆਪਣੀਆਂ ਸੁਰਤੀਆਂ ਵਿਰਤੀਆਂ ਨੂੰ ਸਤਿਗੁਰੂ ਦੇ ਚਰਨਾਂ ਦੇ ਨਾਲ ਜੋੜੀਏ। ਸ਼ਬਦ ਸੁਰਤ ਦਾ ਮੇਲ ਕਰਦਿਆਂ ਹੋਇਆਂ ਗੁਰੂ ਮਹਾਰਾਜ ਦੇ ਉਪਦੇਸ਼ ਨੂੰ ਸੁਣੀਏ ਤਾਂ ਕਿ ਸਾਡਾ ਬੋਲਿਆ ਸੁਣਿਆ ਆਇਆ ਸਾਰਾ ਸਫਲ ਹੋ ਜਾਵੇ। ਮਾਝ ਮਹਿਲਾ ਪੰਜਵਾਂ। ਐਥੈ ਤੂੰ ਹੈ ਆਗਾ ਆਪੇ, ਜੀ ਜੰਤ ਜੀ ਜੰਤਰ ਸਭ ਤੇਰੇ ਥਾਪੇ। ਤੁਧ ਬਿਨ ਆਵਰਣਾ ਕੋਈ ਕਰਤੇ, ਮੈਂ ਧਰ ਓਟ ਤੁਮਾਰੀ ਜੀਓ। ਰਸਨਾ ਜਪ ਜਪ ਜੀਵੈ ਸੁਆਮੀ, ਪਾਰ ਬ੍ਰਹਮ ਪ੍ਰਭ ਅੰਤਰ ਜਾਮੀ। ਜਿਨ ਸੇਵਿਆ ਤਿਨ ਹੀ ਸੁਖ ਪਾਇਆ, ਸੋ ਜਨਮ ਨਾ ਜੂਐ ਹਾਰੀ ਜੀਓ। ਨਾਮ ਅਵਖਦ ਜਿਨ ਜਨ ਤੇਰਾ ਪਾਇਆ, ਜਨਮ ਜਨਮ ਕਾ ਰੋਗ ਗਵਾਇਆ। ਹਰ ਕੀਰਤਨ ਗਾਵੋ ਦਿਨ ਰਾਤੀ, ਸਫਲ ਏਹਾ ਹੈ ਕਾਰੀ ਜੀਓ। ਦ੍ਰਿਸ਼ਟ ਧਾਰ ਆਪਣਾ ਦਾਸ ਸਵਾਰਿਆ, ਘਾਟ ਘਾਟ ਅੰਤਰ ਪਾਰ ਬ੍ਰਹਮ ਨਮਸਕਾਰਿਆ। ਇੱਕ ਸਿਵਣ ਹੋਰ ਦੂਜਾ ਨਾਹੀਂ, ਬਾਬਾ ਨਾਨਕ ਇਹ ਮਤ ਸਾਰੀ ਜੀਓ। ਪੰਚਮ ਗੁਰਦੇਵ। ਮਹਾ ਮਿੱਠ ਬੋਲੜੇ ਸਤਿਗੁਰੂ, ਪਰਮ ਧੀਰਜ ਕਾ ਧਾਰੀ, ਪਰਮ ਪਰਉਪਕਾਰੀ। ਮਹਾ ਮਹਾ ਮਿੱਠ ਬੋਲੜੇ ਗੁਰ ਅਰਜੁਨ ਪ੍ਰਤੱਖਿਆ ਹਰ, ਆਪਣੀ ਮਹਾ ਮਹਾ ਮੁਬਾਰਕ ਔਰ ਰਸ ਰਸੀ ਮਹਾ 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 ਮਿੱਠੜੀ ਰਸਨਾ ਦੁਆਰਾ ਫਰਮਾ ਰਹੇ ਨੇ। ਐਥੈ ਤੂੰ ਹੈ ਆਗਾ ਆਪੇ। ਪਰਮਾਤਮਾ ਦੇ ਮੁਖਾਤਿਬ ਹੋ ਕੇ ਹੁੰਦਿਆਂ ਹੋਇਆਂ ਆਪਣੇ ਨਿਜ ਸਰੂਪ ਦੇ ਨੂੰ ਸੰਬੋਧਨ ਕਰਦਿਆਂ ਹੋਇਆਂ ਫਰਮਾਉਂਦੇ ਨੇ, ਹੇ ਪਰਮਾਤਮਾ ਇੱਥੇ ਵੀ ਤੂੰ ਹੈ, ਭਾਵ ਇਸ ਲੋਕ ਦੇ ਵਿੱਚ ਵੀ ਤੂੰ ਮੇਰਾ ਰੱਖ ਹੈ, ਤੂੰ ਮੇਰਾ ਸਹਾਈ ਹੈ, ਤੂੰ ਮੇਰਾ ਮਦਦਗਾਰ ਹੈ। ਆਗਾ ਆਪੇ, ਅੱਗੇ ਪਰਲੋਕ ਦੇ ਵਿੱਚ ਵੀ ਤੂੰ ਹੈ, ਉੱਥੇ ਵੀ ਮੇਰੀ ਰੱਖਿਆ ਕਰਨ ਵਾਲਾ ਤੂੰ ਹੈ, ਇੱਥੇ ਵੀ ਸਤਿਗੁਰੂ ਤੂੰ ਹੈ ਮੇਰਾ। ਕੱਲਾ ਮੇਰਾ ਨਹੀਂ ਬਲਕਿ ਸਾਰੇ ਜੀਵਾਂ ਦਾ। ਜੀ ਜੰਤਰ ਸਭ ਤੇਰੇ ਥਾਪੇ। ਜਿੰਨੇ ਜੀਵ ਜੰਤਰੂ ਨੇ, ਸੂਖਮ ਨੇ ਸਥੂਲ ਨੇ, ਸਾਰੇ ਜੀਵ ਜੰਤੂ ਤੇਰੇ ਬਣਾਏ ਹੋਏ ਨੇ। ਇਹ ਕੋਈ ਆਪਣੇ ਆਪ ਨਹੀਂ ਪੈਦਾ ਹੋਇਆ। ਇਹ ਚੰਗੇ ਮਾੜੇ ਜ਼ਹਿਰੀਲੇ ਪਰਉਪਕਾਰੀ ਸਾਰੇ ਜੀਵ ਜੰਤ ਤੇਰੇ ਬਣਾਏ ਹੋਏ ਨੇ, ਕਿਉਂਕਿ ਤੂੰ ਸ੍ਰਿਸ਼ਟੀ ਦੀ ਖੇਡ ਚਲਾਉਣੀ ਹੈ। ਤੁਧ ਬਿਨ ਆਵਰਣਾ ਕੋਈ ਕਰਤੇ, ਮੈਂ ਧਰ ਓਟ ਤੁਮਾਰੀ ਜੀਓ। ਹੇ ਪਰਮਾਤਮਾ ਜੀ, ਮੈਨੂੰ ਇੱਥੇ ਵੀ ਉੱਥੇ ਵੀ ਮੈਨੂੰ ਤੇਰਗੋ ਓਟ ਹੈ। ਧਰਮ ਨੇ ਆਸਰਾ ਹੁੰਦਾ, ਮੈਨੂੰ ਤੇਰਾ ਹੀ ਆਸਰਾ ਹੈ, ਮੈਨੂੰ ਤੇਰਗੋ ਓਟ ਹੈ। ਪਰਮਾਤਮਾ ਜੀ, ਤੇਰੇ ਤੋਂ ਬਗੈਰ ਮੇਰਾ ਹੋਰ ਕੋਈ ਮਦਦਗਾਰ ਨਹੀਂ, ਨਾ ਹੀ ਕੋਈ ਤੇਰੇ ਵਰਗਾ ਇਹ ਸਾਰੇ ਜੀਵਾਂ ਨੂੰ ਬਣਾਉਣ ਵਾਲਾ ਹੈ। ਕਿਉਂਕਿ ਸੰਸਾਰਕ ਰਿਸ਼ਤੇਦਾਰ ਮਿੱਤਰ ਯਾਰ ਕਈ ਵਾਰੀ ਸਾਡੇ ਇੱਥੇ ਸਹਾਈ ਹੁੰਦੇ ਨੇ, ਪਰ ਉਹ ਅੱਗੇ ਨਹੀਂ ਸਹਾਈ ਹੁੰਦੇ। ਸਾਧ ਸੰਗਤ ਜੇ ਆਪਾਂ ਬਰੀਕੀ ਨਾਲ ਦੇਖੀਏ, ਸਾਡਾ ਕੋਈ ਦਾੜ ਪੀੜ ਹੋ ਰਹੀ ਹੈ, ਕੋਈ ਢਿੱਡ 'ਚ ਦਰਦ ਉੱਠਿਆ ਹੋਇਆ, ਰਿਸ਼ਤੇਦਾਰ ਸਾਨੂੰ ਦਵਾਈ ਤਾਂ ਲਿਆ ਸਕਦੇ ਨੇ, ਔਰ ਰਿਸ਼ਤੇਦਾਰ ਸਾਨੂੰ ਹਸਪਤਾਲ ਤਾਂ ਦਾਖਲ ਕਰਾ ਸਕਦੇ ਨੇ, ਪਰ ਰਿਸ਼ਤੇਦਾਰਾਂ ਦੇ ਇਹ ਵੱਸ ਦੀ ਗੱਲ ਨਹੀਂ ਕਿ ਉਹ ਸਾਡੀ ਪੀੜਾ ਨੂੰ ਹਰ ਲੈਣ, ਸਾਡੇ ਦਰਦ ਨੂੰ ਖਤਮ ਕਰ ਦੇਣ। ਸਾਨੂੰ ਉਹ ਵਧੀਆ ਤੋਂ ਵਧੀਆ ਵੈਦ ਕੋਲੇ, ਡਾਕਟਰ ਕੋਲੇ ਲੈ ਜਾਣਗੇ, ਵਧੀਆ ਤੋਂ ਵਧੀਆ ਹਸਪਤਾਲ 'ਚ ਲਿਜਾ ਕੇ ਸਾਡਾ ਇਲਾਜ ਕਰਵਾ ਦੇਣਗੇ, ਪਰ ਉਹ ਇਸ ਗੱਲ ਦੀ ਗਰੰਟੀ ਨਹੀਂ ਦੇ ਸਕਦੇ
ਕਿ ਉਹ ਸਾਡੀ ਪੀੜਾ ਨੂੰ ਖਤਮ ਕਰ ਦੇਣਗੇ। ਇਹ ਤਾਂ ਇੱਕ ਪਰਮਾਤਮਾ ਹੀ ਐਸਾ ਹੈ, ਜਿੱਥੇ ਕੋਈ ਵੀ ਸਹਾਈ ਨਹੀਂ ਹੁੰਦਾ ਉੱਥੇ ਪਰਮਾਤਮਾ ਆਪ ਸਹਾਈ ਹੁੰਦਾ ਹੈ। ਸਾਧ ਸੰਗਤ ਜੀ, ਜਦੋਂ ਆਪਣੇ ਹੜ੍ਹ ਆਏ ਨੇ 1994 ਦੇ ਵਿੱਚ ਦੀ ਗੱਲ ਹੈ, ਤਾਂ ਸਾਡੇ ਘਰਾਂ 'ਚ ਵੀ 3.5 ਫੁੱਟ ਪਾਣੀ ਆ ਗਿਆ। ਕੋਠਿਆਂ ਦੇ ਉੱਤੇ ਹੁਣ ਜਿਹੜਾ ਹੈ ਟਾਈਮ ਟਪਾਉਣ ਵਾਸਤੇ ਮਜਬੂਰ ਹਾਂ। ਛੱਤ ਦੇ ਉੱਤੇ ਬੈਠੇ ਹਾਂ ਰਾਤ ਨੂੰ, ਪਾਣੀ ਤਾਂ ਆ ਕੇ ਹਟ ਗਿਆ, ਪਰ ਅਜੇ ਘਰਾਂ 'ਚੋਂ ਮੁਸ਼ਕ ਆ ਰਹੀ ਹੈ, ਕਿਉਂਕਿ ਦਾਲਾਂ ਕਣਕਾਂ ਸਭ ਸੜ ਗਈਆਂ। ਤਾਂ ਸਾਡੇ ਗੁਆਂਢੀ ਮੈਨੂੰ ਕਹਿਣ ਲੱਗੇ, ਆਂਟੀ ਕਹਿੰਦੇ ਚੱਲ ਰਘਬੀਰ, ਕਹਿੰਦੇ ਤੇਰਾ ਅੰਕਲ ਤਾਂ ਪੀ ਕੇ ਬੈਠਾ ਹੈ, ਚੱਲ ਆਪਾਂ ਨਿਗਾਹ ਮਾਰ ਆਈਏ, ਕੋਈ ਚੋਰ ਜਾਰ, ਕਿਉਂਕਿ ਬੜਾ ਰੌਲਾ ਪਿਆ ਹੋਇਆ ਸੀ, ਚੋਰ ਆ ਗਏ ਬਈ 10 ਕੁ ਵਜੇ ਨੇ, ਚਲੋ ਆਪਾਂ ਨਿਗਾਹ ਮਾਰ ਆਈਏ ਸਾਡੇ ਘਰ। ਚਲੋ ਜਦੋਂ ਕੰਧ ਟੱਪ ਕੇ ਉਹਨਾਂ ਦੇ ਘਰ ਨੂੰ ਲੰਘੇ, ਛਾਲ ਮਾਰੀ ਤਾਂ ਮੇਰੇ ਸੱਜੇ ਕੰਨ ਦੇ ਵਿੱਚ ਇੰਨੀ ਤੇਜ਼ ਪੀੜ ਹੋਈ, ਛਾਲ ਮਾਰੀ, ਪਤਾ ਨਹੀਂ ਕੋਈ ਫੁੰਸੀ ਫੁੱਟ ਗਈ, ਰੱਬ ਜਾਣੇ ਕੀ ਹੋਇਆ। ਇੰਨੀ ਜ਼ਿਆਦਾ ਤੇਜ਼ ਪੀੜ ਕਿ ਐਂ ਲੱਗੇ ਜਿਵੇਂ ਕਿਸੇ ਨੇ ਕੋਈ ਬੜਾ ਤਿੱਖਾ ਚਾਕੂ ਕੰਨ 'ਚ ਖੋਭਤਾ। ਮੈਂ ਗਰਦਨ ਨੂੰ ਹੱਥ ਪਾਇਆ ਹੋਇਆ, ਤੇ ਉਹ ਆਂਟੀ ਦੀ ਨਿਗਾਹ ਪਈ ਮੈਨੂੰ, ਕਹਿੰਦੇ ਕੀ ਗੱਲ ਬੇਟੇ ਬਈ। ਮੈਂ ਕਿਹਾ ਹਾਂ ਆਂਟੀ, ਜਦੋਂ ਆਪਾਂ ਕੰਧ ਤੋਂ ਛਾਲ ਮਾਰੀ ਗਏ ਨਾ, ਤਾਂ ਮੇਰੇ ਕੰਨ 'ਚ ਇੱਕਦਮ ਬੜੀ ਪੀੜਾ ਸ਼ੁਰੂ ਹੋ ਗਈ। ਅਤੇ ਜਦੋਂ ਅਸੀਂ ਕੋਠੇ 'ਤੇ ਚੜ੍ਹੇ, ਕਿਉਂਕਿ ਕਾਫੀ ਗੁਆਂਢੀ ਇਕੱਠੇ ਹੋਏ ਸੀ ਇੱਕੋ ਕੋਠੇ 'ਤੇ, ਤਾਂ ਇੱਕ ਟੁੱਟੀ ਜਿਹੀ ਮੰਜੀ ਜਿਹਦੇ ਉੱਤੇ ਵਿਚਾਰੀ ਉਹ ਛੋਟੇ ਜਿਹੇ ਬੱਚੇ ਨੂੰ ਲਈ ਪਈ ਸੀ ਬੀਬੀ, ਉਹਨੇ ਦੇਖਿਆ ਵੀ ਹੁਣੇ ਬਹੁਤ ਤਕਲੀਫ 'ਚ ਹੈ, ਉਹਨੇ ਮੈਨੂੰ ਉਹ ਮੰਜੀ ਛੱਡਤੀ। ਅਤੇ ਮੈਨੂੰ ਇੱਦਾਂ ਲੱਗਦਾ ਸੀ ਵੀ ਉਹ ਪੀੜਾ ਸਿੱਧੀ ਮੇਰੇ ਕੰਨ 'ਚੋਂ ਨਿਕਲ ਕੇ ਮੇਰੇ ਦਿਮਾਗ ਨੂੰ ਜਾਂਦੀ ਸੀ ਵੀ ਸ਼ਾਇਦ ਅੱਜ ਆਖਰੀ ਰਾਤ ਹੋਵੇ, ਇੰਨੀ ਤੇਜ਼ ਅਸਹਿ ਪੀੜ। ਅਤੇ ਚਲੋ ਹਾਏ ਬੌੜੀ ਕਰਦਿਆਂ ਅਤੇ 1 ਵੱਜ ਗਿਆ। ਮੈਂ ਘਰ ਦੇ ਉਹ ਮੈਨੂੰ ਵਾਰੀ ਪੁੱਛ ਰਹੇ ਨੇ, ਮੈਂ ਉਹਨਾਂ ਨੂੰ ਆਖਿਆ ਮੈਂ ਵੀ ਤੁਸੀਂ ਮੈਨੂੰ ਡਿਸਟਰਬ ਨਾ ਕਰੋ, ਅਤੇ ਘੱਟੋ ਘੱਟ ਮੈਨੂੰ ਨਿਤਨੇਮ ਤਾਂ ਕਰ ਲੈਣ ਦਿਓ। ਜਵਾਨੀ ਯਾਦ ਸੀ ਨਿਤਨੇਮ, ਬਿਜਲੀ ਤਾਂ ਉਦੋਂ ਆਉਂਦੀ ਸੀ। ਮੈਂ ਚਲੋ ਨਿਤਨੇਮ ਤਾਂ ਕਰ ਲਈਏ। ਮੈਂ ਉਸ ਮੰਜੀ 'ਤੇ ਪਿਆ, ਜਪਜੀ ਸਾਹਿਬ ਪੂਰਾ ਸੰਪੂਰਨ ਹੋ ਗਿਆ, ਜਾਪ ਸਾਹਿਬ ਅੱਧਾ ਕੁ ਹੋਇਆ। ਮੈਨੂੰ ਨਹੀਂ ਪਤਾ ਕਿ ਇੰਨੀ ਪਿਆਰੀ ਨੀਂਦ ਕਦੋਂ ਆਈ, ਕਿਵੇਂ ਆਈ, ਉਹ ਪੀੜਾ ਕਿੱਥੇ ਚਲੀ ਗਈ। ਇਹ ਸਾਰਾ ਕੁਛ ਪਰਮਾਤਮਾ ਦੇ ਹੱਥ 'ਚ ਹੈ। ਸਾਧ ਸੰਗਤ ਜੀ, ਇਹ ਹੱਡ ਬੀਤੀਆਂ ਆਪ ਜੀ ਨਾਲ ਇਸ ਕਰਕੇ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਜੱਗ ਬੀਤੀਆਂ ਤਾਂ ਆਪਾਂ ਕਿਤਾਬਾਂ 'ਚੋਂ ਵੀ ਪੜ੍ਹਦੇ ਹਾਂ, ਸੰਤਾਂ ਮਹਾਂਪੁਰਖਾਂ ਦੇ ਮੂੰਹਾਂ ਤੋਂ ਵੀ ਸੁਣਦੇ ਹਾਂ। ਕਈ ਵਾਰੀ ਹੱਡ ਬੀਤੀਆਂ ਸਾਂਝੀਆਂ ਕਰਨ ਦਾ ਮਤਲਬ ਇਹ ਹੁੰਦਾ ਹੈ ਕਿ ਆਪਾਂ ਸਾਰਿਆਂ ਨੂੰ ਪ੍ਰੇਰਨਾ ਮਿਲ ਸਕੇ, ਪਰਮਾਤਮਾ ਦੀ ਕਿਰਪਾ, ਪਰਮਾਤਮਾ ਦੀ ਸ਼ਕਤੀ ਬਾਰੇ ਸਾਡੇ ਅੰਦਰ ਗਿਆਨ ਦ੍ਰਿੜ ਹੋ ਸਕੇ। ਦਰਦ ਬੰਦ ਹੋ ਗਿਆ ਮੈਨੂੰ, ਫਿਰ 4-4:30 ਵਜੇ ਫਿਰ ਜਾਗ ਆਈ। ਰਹਿੰਦਾ ਨਿਤਨੇਮ ਮੈਂ ਫਿਰ ਪੂਰਾ ਕਰ ਲਿਆ। ਉਹ ਮੈਨੂੰ ਪੁੱਛਦੇ ਨੇ ਤੁਹਾਡੇ ਕੰਨ 'ਚ ਪੀੜ ਸੀ ਵੀ ਹੁਣ ਕੀ ਹੋਇਆ। ਮੈਂ ਕਿਹਾ ਵੀ ਮੇਰਾ ਕੰਨ ਤਾਂ ਬਿਲਕੁਲ ਹਲਕਾ ਫੁੱਲ ਵਰਗਾ, ਹੁਣ ਤਾਂ ਕੋਈ ਪੀੜੇ ਨਹੀਂ ਹੈਗੀ। ਕਹਿੰਦੇ ਉਹ ਤਾਂ ਤੁਹਾਡਾ ਬੜਾ ਬੁਰਾ ਹਾਲ ਸੀ। ਮੈਂ ਕਿਹਾ ਬਿਲਕੁਲ ਕੋਈ ਸ਼ੱਕ ਨਹੀਂ, ਅੱਡੀਆਂ ਰਗੜ ਰਿਹਾ ਸੀ। ਮੈਨੂੰ ਤਾਂ ਲੱਗਦਾ ਸੀ ਵੀ ਚੱਲ ਸ਼ਾਇਦ ਅੱਜ ਆਖਰੀ ਨਿਤਨੇਮ ਹੋਵੇ, ਵੀ ਚਲੋ ਨਿਤਨੇਮ ਹੀ ਕਰ ਲਈਏ, ਕਿਉਂਕਿ ਉਸ ਤੋਂ ਪਹਿਲਾਂ ਜੀਵਨ ਪੜ੍ਹੇ ਸੀ ਮਹਾਂਪੁਰਖਾਂ ਦੇ ਵੀ ਫਲਾਣਾ ਜਿਹੜਾ ਹੈ ਮਹਾਂਪੁਰਖ, ਉਹ ਬਾਣੀ ਪੜ੍ਹਦਾ ਹੀ ਸਰੀਰ ਨੂੰ ਜਿਹੜਾ ਹੈ ਪਰਲੋਕ ਨੂੰ ਚਲਿਆ ਗਿਆ। ਮੇਰੇ ਵੀ ਮਨ 'ਚ ਇਹ ਸੀ ਵੀ ਚਲੋ ਬਾਣੀ ਪੜ੍ਹਦੇ ਤਾਂ ਜਾਈਏ, ਵੀ ਹੁਣ ਜਾਣਾ ਤਾਂ ਹੈਗਾ ਹੀ ਹੈ, ਪਰ ਉਹ ਪੀੜਾ ਬਿਲਕੁਲ ਹਰ ਲਈ। ਹਾਲਾਂਕਿ ਉਹ ਆਂਢੀ ਗੁਆਂਢੀ ਘਰ ਦੇ ਬਾਲ ਬੱਚੇ ਕੋਈ ਪੀੜਾ ਨੂੰ ਹਰ ਨਹੀਂ ਸਕਿਆ। ਬਾਣੀ ਦੇ ਵਿੱਚ, ਨਾਮ ਦੇ ਵਿੱਚ ਇੰਨੀ ਸ਼ਕਤੀ ਆ ਸਾਧ ਸੰਗਤ ਜੀ। ਸਰਬ ਰੋਗ ਕਾ ਔਖਦ ਨਾਮ। ਜਿੱਥੇ ਨਾਮ ਨੇ ਸਾਡੇ ਮਾਨਸਿਕ ਪਾਪਾਂ ਸੰਤਾਪਾਂ ਨੂੰ, ਦੁੱਖਾਂ ਨੂੰ ਹਰਨਾ, ਉੱਥੇ ਉਹ ਸਾਡੇ ਸਰੀਰਕ ਕਸ਼ਟਾਂ ਨੂੰ ਵੀ ਹਰਨ ਵਾਲਾ ਹੈ। ਬਸ਼ਰਤੇ ਇਹ ਹੈ ਕਿ ਸਾਡੀ ਸ਼ਰਧਾ ਹੋਵੇ, ਸਾਡਾ ਵਿਸ਼ਵਾਸ ਹੋਵੇ, ਸਾਡਾ ਭਰੋਸਾ ਹੋਵੇ। ਜੇ ਭਰੋਸਾ ਨਹੀਂ, ਫਿਰ ਤਾਂ ਵਧੀਆ ਤੋਂ ਵਧੀਆ ਡਾਕਟਰ ਵੀ ਕਈ ਵਾਰੀ ਸਾਨੂੰ ਠੀਕ ਨਹੀਂ ਕਰ ਸਕਦਾ। ਜੇ ਭਰੋਸਾ, ਗੁਰੂ 'ਤੇ ਭਰੋਸਾ ਹੋਵੇ ਸਾਧ ਸੰਗਤ ਜੀ, ਭਰੋਸਾ ਰੱਖ ਕੇ ਆਪਾਂ ਕਿਸੇ ਸ਼ਬਦ ਦਾ ਜਾਪ ਕਰੀਏ, ਕੋਈ ਬਾਣੀ ਪੜ੍ਹੀਏ, ਕੋਈ ਨਾਮ ਜਪੀਏ, ਸਾਡੀ ਪੀੜਾ ਖਤਮ ਹੋ ਜਾਂਦੀ ਹੈ। ਗਰੀਬ ਨਵਾਜ਼ ਕਹਿੰਦੇ ਨੇ, ਹੇ ਪ੍ਰਮਾਤਮਾ ਜੀ, ਮੈਨੂੰ ਤੇਰੇ ਬਗੈਰ ਕਿਸੇ ਦਾ ਕੋਈ ਓਟ ਨਹੀਂ, ਕੋਈ ਆਸਰਾ ਨਹੀਂ, ਸਭ ਤੂੰ ਹੀ ਮੇਰੀ ਓਟ ਹੈ, ਤੂੰ ਹੀ ਮੇਰਾ ਆਸਰਾ ਹੈ।
ਰਸਨਾ ਜਪ ਜਪ ਜੀਵੈ ਸੁਆਮੀ, ਪਾਰ ਬ੍ਰਹਮ ਪ੍ਰਭ ਅੰਤਰ ਜਾਮੀ। ਜਿਨ ਸੇਵਿਆ ਤਿਨ ਹੀ ਸੁਖ ਪਾਇਆ, ਸੋ ਜੂਐ ਜਨਮ ਨਾ ਹਾਰੀ ਜੀਓ। हे परमात्मा जी, हे पार ब्रह्म जी, हे प्रभु, हे दिलां दियां जानन वाले परमात्मा, मेरी रसना तैनू जप जप के जिउंदी है। हे मेरे मालिक, रसना नाल जपदा जिहड़ा वो जपण दे नाल रस पैदा हुंदा है, वो मेरी जीवन राह है, ਉਹੀ मेरी जिंदगी है। परमात्मा जी, जिहने भी तैनू हुण तक सेविया है, भाव जिहने तेरी सेवा कीती है। साध संगत जी, हुण परमात्मा की सेवा आपां किवें करांगे? ਉਹਦਾ ਤਾਂ ਨਾ ਕੋਈ ਰੂਪ ਹੈ, ਨਾ ਰੰਗ ਹੈ, ਨਾ ਰੇਖ ਹੈ, ਉਹਦਾ ਨਿਰੰਕਾਰ ਹੈ। ਮਹਾਰਾਜ ਜੀ ਕਹਿੰਦੇ ਆਗਿਆ ਸਮ ਨਹੀਂ ਸਾਹਿਬ ਸੇਵਾ। ਪਰਮਾਤਮਾ ਦੀ ਆਗਿਆ ਦੇ ਵਿੱਚ ਰਹਿਣਾ ਹੀ ਪਰਮਾਤਮਾ ਦੀ ਸੇਵਾ ਹੈ। ਪਰਮਾਤਮਾ ਨੇ ਸਾਨੂੰ ਕਿਹਾ, ਪਰਮਾਤਮਾ ਨੇ ਕਿ ਬੁਰਾ ਨਾ ਕਰੋ ਕਿਸੇ ਦਾ ਬੁਰਾ ਚਿਤਵੋ ਨਾ, ਕਿਸੇ ਦਾ ਬੁਰਾ ਦੇਖੋ ਨਾ, ਕਿ ਭਾਈ ਨਾਮ ਜਪੋ, ਅੰਮ੍ਰਿਤ ਵੇਲੇ ਜਾਗੋ। ਇਹ ਜਦੋਂ ਆਪਾਂ ਉਹਦੀ ਆਗਿਆ ਦੇ ਵਿੱਚ ਰਹਿੰਦੇ ਹਾਂ, ਉਹਦੇ ਹੁਕਮ ਨੂੰ ਮੰਨਣ ਦੀ ਕੋਸ਼ਿਸ਼ ਕਰਦੇ ਹਾਂ, ਇਹ ਸਮਝ ਲਓ ਉਸ ਦੀ ਸੇਵਾ ਹੈ। ਜਿਹਨੇ ਵੀ ਉਸ ਨੂੰ ਸੇਵਿਆ, ਜਿਹਨੇ ਉਹਨੂੰ ਆਰਾਧਿਆ, ਭਾਵ ਜਿਹਨੇ ਉਹਦਾ ਨਾਮ ਜਪਿਆ, ਉਸੇ ਨੂੰ ਹੀ ਸੁੱਖ ਦੀ ਪ੍ਰਾਪਤੀ ਹੋਈ ਹੈ। ਸਾਧ ਸੰਗਤ ਜੀ, ਜਿਵੇਂ ਕੋਈ ਵੀ ਪਾਣੀ ਪੀਵੇ, ਹਿੰਦੂ ਪੀਵੇ, ਮੁਸਲਮਾਨ ਪੀਵੇ, ਈਸਾਈ ਪੀਵੇ, ਸਿੱਖ ਪੀਵੇ, ਫਾਰਸੀ ਪੀਵੇ, ਯਹੂਦੀ ਪੀਵੇ, ਪਠਾਨ ਪੀਵੇ, ਤੁਰਕ ਪੀਵੇ, ਕੋਈ ਮਰਜ਼ੀ ਪੀਵੇ, ਸਭ ਦੀ ਪਿਆਸ ਬੁੱਝ ਜਾਂਦੀ ਹੈ। ਇਸੇ ਤਰ੍ਹਾਂ ਕੋਈ ਵੀ ਪਰਮਾਤਮਾ ਨੂੰ ਯਾਦ ਕਰੇ, ਪਰਮਾਤਮਾ ਨੂੰ ਆਰਾਧੇ, ਉਸੇ ਨੂੰ ਸੁੱਖ ਮਿਲੇਗਾ। ਸੁੱਖ ਵੀ ਖੱਖੇ ਨੂੰ ਔਂਕੜ ਵਾਲਾ, ਭਾਵ ਸਦੀਵੀ ਸੁੱਖ, ਸਭ ਤੋਂ ਸ਼੍ਰੋਮਣੀ ਸੁੱਖ, ਉਸੇ ਨੇ ਹੀ ਸੁੱਖ ਦੀ ਪ੍ਰਾਪਤੀ ਕੀਤੀ ਹੈ। ਪਰਮਾਤਮਾ ਜੀ, ਜਿਹਨੇ ਤੈਨੂੰ ਯਾਦ ਕੀਤਾ, ਸੋ ਜਨਮ ਨਾ ਜੂਆ ਹਾਰੀ ਜੀਓ। ਉਹ ਬੰਦਾ ਆਪਣੇ ਜਨਮ ਨੂੰ ਜੂਏ 'ਚ ਹਾਰ ਕੇ ਨਹੀਂ ਜਾਂਦਾ। ਸਾਧ ਸੰਗਤ ਜੀ, ਜੂਏ ਦੇ ਵਿੱਚ ਤਾਂ ਜਿਹੜਾ ਕੋਈ ਜੂਆ ਖੇਡਣ ਵਾਲਾ ਜੁਆਰੀ ਹੈ, ਉਹ ਤਾਂ ਕੁਛ ਵੀ ਨਹੀਂ ਖਰੀਦ ਕੇ ਲੈ ਕੇ ਆਉਂਦਾ ਘਰ। ਪਰ ਜੂਏ ਦਾ ਝੱਸ ਇੰਨਾ ਭੈੜਾ ਹੈ, ਜਿਹੜਾ ਇੱਕ ਵਾਰੀ ਬੰਦਾ ਖੇਡਣ ਲੱਗ ਜੇ, ਉਹ ਆਪਣਾ ਘਰ-ਬਾਰ ਤਾਂ ਹਾਰ ਜਾਂਦਾ। ਸਾਡੇ ਭਾਰਤ ਦੇ ਮਹਾਨ ਪੂਜਨੀਕ ਲੋਕ ਪਾਂਡਵ ਆਪਣੇ ਘਰ ਵਾਲੀ ਨੂੰ ਜੂਏ 'ਚ ਹਾਰ ਗਏ। ਸਾਧ ਸੰਗਤ ਜੀ, ਇਹ ਸਾਡਾ ਜਨਮ ਦੁਰਲੱਭ ਹੈ, ਮਸਾਂ ਮਿਲਿਆ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕਰੰਗਾ, ਕਈ ਜਨਮ ਹੈਵਰ ਬਿਰਖ ਜੋਇਓ। ਅੱਗੇ ਸਤਿਗੁਰੂ ਕਹਿੰਦੇ ਨੇ, ਮਿਲ ਜਗਦੀਸ਼ ਮਿਲਨ ਕੀ ਵਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਬੜੇ ਚਿਰਾਂ ਬਾਅਦ ਇਹ ਸਾਨੂੰ ਸਰੀਰ ਮਿਲਿਆ, ਬੜੇ ਚਿਰਾਂ ਬਾਅਦ। ਇਸ ਕਰਕੇ ਇਸ ਜਨਮ ਨੂੰ ਜੂਏ 'ਚ ਨਾ ਹਾਰ ਗਏ, ਆਪਾਂ ਵੱਧ ਤੋਂ ਵੱਧ ਨਾਮ ਜਪਣ ਦੀ ਕੋਸ਼ਿਸ਼ ਕਰੀਏ। ਸਾਧ ਸੰਗਤ ਜੀ, ਆਮ ਕਰਕੇ ਬੜੀਆਂ ਸੰਗਤਾਂ ਇੱਕੋ ਇਹ ਸ਼ਿਕਾਇਤ ਕਰਦੀਆਂ ਨੇ ਕਿ ਜੀ ਸਾਡਾ ਮਨ ਨਹੀਂ ਟਿਕਦਾ। ਗੁਰੂ ਰੂਪ ਖਾਲਸਾ ਜੀਓ, ਮਨ ਟਿਕਣਾ ਤਾਂ ਆਖਰੀ ਪੌੜੀ ਹੈ। ਜਿੱਦੇ ਮਨ ਟਿਕ ਗਿਆ, ਉਹਦੇ ਤਾਂ ਅਸੀਂ ਬ੍ਰਹਮ ਗਿਆਨੀ ਹੋ ਜਾਣਾ, ਉਹਦੇ ਤਾਂ ਅਸੀਂ ਆਪਣੀ ਮੰਜ਼ਿਲੇ ਮਕਸੂਦ 'ਤੇ ਪਹੁੰਚ ਜਾਣਾ। ਅਸੀਂ ਮਨ ਦੀ ਪਰਵਾਹ ਨਹੀਂ ਕਰਨੀ, ਇਹਨੂੰ ਆਪਣਾ ਕੰਮ ਕਰਨ ਦਿਓ। ਕੋਸ਼ਿਸ਼ ਕਰਨੀ ਹੈ ਇਹਨੂੰ ਘੇਰ ਘੇਰ ਕੇ ਲਿਆਉਣ ਦੀ, ਕੋਸ਼ਿਸ਼ ਕਰਨੀ ਹੈ ਇਸ ਨੂੰ ਬਾਣੀ ਦੇ ਵਿੱਚ ਜੋੜਨ ਦੀ, ਨਾਮ ਦੇ ਵਿੱਚ ਜੋੜਨ ਦੀ। ਪਰ ਜੇ ਸਾਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਨਹੀਂ ਜੁੜਦਾ, ਫਿਰ ਪਰਮਾਤਮਾ ਨੂੰ ਕਹਿਣਾ, ਮਨ ਵਸ ਆਵੈ ਨਾਨਕਾ, ਜੇ ਪੂਰਨ ਕਿਰਪਾ ਹੋਏ। ਪਰਮਾਤਮਾ ਜੀ, ਤੁਸੀਂ ਪੂਰਨ ਹੋ, ਮੇਰੇ 'ਤੇ ਪੂਰਨ ਕਿਰਪਾ ਕਰੋ ਤਾਂ ਕਿ ਇਹ ਮਨ ਟਿਕ ਜਾਵੇ। ਕਿਉਂਕਿ ਸਰੀਰ ਜਿੰਨਾ ਤੁਰੇ ਫਿਰੇਗਾ ਓਨਾ ਤੰਦਰੁਸਤ ਰਹੇਗਾ, ਮਨ ਜਿੰਨਾ ਟਿਕੇਗਾ ਇਹ ਓਨਾ ਤੰਦਰੁਸਤ ਰਹੇਗਾ। ਭਟਕਦਾ ਹੋਇਆ ਮਨ ਹਮੇਸ਼ਾ ਕਮਜ਼ੋਰ ਹੁੰਦਾ ਹੈ। ਇੱਕ ਥਾਂ 'ਤੇ ਟਿਕਿਆ ਹੋਇਆ ਸਰੀਰ, ਮੰਜੇ 'ਤੇ ਪਿਆ ਹੋਇਆ ਸਰੀਰ ਹਮੇਸ਼ਾ ਕਮਜ਼ੋਰ ਹੋ ਜਾਂਦਾ ਹੈ। ਮਹਾਰਾਜ ਜੀ ਕਹਿੰਦੇ, ਫਿਰ ਉਹਨਾਂ ਨੇ ਆਪਣੇ ਜਨਮ ਨੂੰ ਜੂਏ ਦੇ ਵਿੱਚ ਨਹੀਂ ਹਾਰਿਆ ਜੀ। ਨਾਮ ਅਵਖਦ ਜਿਨ ਜਨ ਤੇਰਾ ਪਾਇਆ, ਜਨਮ ਜਨਮ ਕਾ ਰੋਗ ਗਵਾਇਆ। ਹਰ ਕੀਰਤਨ ਗਾਵੋ ਦਿਨ ਰਾਤੀ, ਸਫਲ ਇਹਾ ਹੈ ਕਾਰੀ ਜੀਓ। ਕਹਿੰਦੇ ਨਾਮ ਦੀ ਦਵਾਈ, ਆਵਖਦ ਔਸ਼ਧੀ ਕਹਿੰਦੇ ਨੇ ਹਿੰਦੀ ਦੇ ਵਿੱਚ। ਨਾਮ ਦੀ ਔਸ਼ਧੀ ਜਿਸ ਵੀ ਤੇਰੇ ਜਨ ਨੇ ਪ੍ਰਾਪਤ ਕੀਤੀ ਹੈ, ਭਾਵ ਜਿਹਨੇ ਵੀ ਤੇਰਾ ਨਾਮ ਜਪਿਆ, ਉਸ ਨੇ ਜਨਮਾਂ ਜਨਮਾਂ ਦਾ ਰੋਗ, ਕਾਹਦਾ ਰੋਗ, ਕਿਹੜਾ ਰੋਗ? ਸਾਧ ਸੰਗਤ ਜੀ, ਹਉਮੈ ਦਾ।
ਜਿਹਦੇ ਕਰਕੇ ਸਾਡਾ ਵਿਛੋੜਾ ਪਿਆ ਹੋਇਆ ਪਰਮਾਤਮਾ ਨਾਲੋਂ। ਜਨਮ ਜਨਮ ਦਾ ਹਉਮੈ ਦਾ ਰੋਗ ਉਹਨੇ ਖਤਮ ਕਰ ਲਿਆ, ਕਿਉਂਕਿ ਰੋਗ ਦੇ ਗੱਗੇ ਨੂੰ ਔਂਕੜ ਹੈ ਇੱਕ ਵਚਨ ਭਾਵ ਹਉਮੈ ਦਾ ਰੋਗ, ਕਿਉਂਕਿ ਬਾਕੀ ਸਾਰੇ ਰੋਗ ਹਉਮੈ ਦੇ ਰੋਗ ਦੇ ਵਿੱਚੋਂ ਹੀ ਨਿਕਲਦੇ ਨੇ। ਜਿਵੇਂ ਹਾਥੀ ਦੀ ਪੈੜ 'ਚ ਸਾਰੀਆਂ ਪੈੜਾਂ ਹੁੰਦੀਆਂ ਨੇ, ਇਸੇ ਤਰ੍ਹਾਂ ਹਉਮੈ ਦੇ ਰੋਗ ਦੇ ਵਿੱਚੋਂ ਹੀ ਸਾਰੇ ਰੋਗ ਨਿਕਲਦੇ ਨੇ। ਮਹਾਰਾਜ ਜੀ ਕਹਿੰਦੇ ਉਹਨੇ ਜਨਮਾਂ ਜਨਮਾਂ ਦਾ ਜਿਹੜਾ ਹਉਮੈ ਦਾ ਰੋਗ ਸੀ ਉਹ ਖਤਮ ਕਰ ਲਿਆ। ਹੁਣ ਕਰਨਾ ਕੀ ਹੈ ਫਿਰ? ਹੁਣ ਉਸ ਜਨ ਤੋਂ ਸਿੱਖਿਆ ਲਈਏ ਜਿਹਨੇ ਜਨਮਾਂ ਜਨਮਾਂ ਦਾ ਰੋਗ ਗਵਾ ਲਿਆ, ਜਿਹਨੇ ਨਾਮ ਦੀ ਔਸ਼ਧੀ ਨੂੰ ਖਾਧਾ ਹੈ ਵਰਤਿਆ, ਉਹ ਤੋਂ ਸਿੱਖਿਆ ਲਈਏ। ਕੀ ਕਹਿੰਦੇ? ਹਰ ਕੀਰਤਨ ਗਾਵੋ ਦਿਨ ਰਾਤੀ, ਸਫਲ ਇਹਾ ਹੈ ਕਾਰੀ ਜੀਓ। ਹਰੀ ਦੀ ਕੀਰਤੀ ਦਿਨ ਰਾਤ ਕਰੋ। ਕੀਰਤਨ ਦਾ ਮਤਲਬ ਇਹ ਨਹੀਂ ਕਿ ਵਾਜਾ ਲੈ ਕੇ ਕੋਈ ਸਾਰੰਗੀ ਜਾਂ ਮਤਲਬ ਤਾਨਪੁਰਾ ਲੈ ਕੇ ਆਪਾਂ ਕੀਰਤਨ ਕਰਨਾ ਹੈ। ਆਪਾਂ ਗੱਲਾਂ ਕਰਦੇ ਹਾਂ, ਉਹਦੀ ਵਡਿਆਈ ਕਰਦੇ ਹਾਂ, ਇਹ ਵੀ ਉਹਦਾ ਕੀਰਤਨ ਹੈ। ਉਹਦੀ ਸਿਫਤ ਸਲਾਹ ਕਰਦੇ ਹਾਂ, ਉਹ ਵੀ ਉਹਦਾ ਕੀਰਤਨ ਹੈ। ਆਪਾਂ ਇਕੱਲੇ ਬੈਠੇ ਹਾਂ, ਮਨ ਦੇ ਵਿੱਚ ਕਹਿੰਦੇ ਹਾਂ ਪਰਮਾਤਮਾ ਤੇਰਾ ਸ਼ੁਕਰ ਹੈ, ਤੂੰ ਮੈਨੂੰ ਸੋਹਣੀ ਸੇਜਾ ਦਿੱਤੀ ਹੈ, ਸੋਹਣੇ ਗੱਦੇ ਦਿੱਤੇ ਨੇ ਪਰਮਾਤਮਾ, ਬਾਹਰ ਮੀਂਹ ਪੈ ਰਿਹਾ, ਮੈਨੂੰ ਸੋਹਣਾ ਪੱਕਾ ਮਕਾਨ ਦਿੱਤਾ ਹੈ। ਕਿੰਨੇ ਲੋਕ ਨੇ ਜਿਹੜੇ ਮੀਂਹ 'ਚ ਭਿੱਜ ਰਹੇ ਨੇ, ਕੋਈ ਹਸਪਤਾਲਾਂ 'ਚ ਖੁਹਾਰ ਹੋ ਰਿਹਾ, ਕੋਈ ਥਾਣਿਆਂ 'ਚ ਖੁਹਾਰ ਹੋ ਰਿਹਾ, ਕੋਈ ਕੋਰਟਾਂ ਕਚਹਿਰੀਆਂ ਦੇ ਗੇੜੇ ਮਾਰ ਰਿਹਾ। ਪਰਮਾਤਮਾ ਤੇਰੀ ਕਿੰਨੀ ਕਿਰਪਾ, ਮੈਂ ਆਪਣੇ ਘਰ ਆਰਾਮ ਨਾਲ ਬੈਠਾ। ਫਿਰ ਕਿਸੇ ਪੈਦਲ ਜਾਂਦੇ ਨੂੰ ਦੇਖੀਏ, ਆਪਾਂ ਕਾਰ 'ਚ ਜਾ ਰਹੇ ਹਾਂ, ਫਿਰ ਸ਼ੁਕਰਾਨਾ ਕਰੀਏ ਪਰਮਾਤਮਾ ਤੇਰਾ ਕਿੰਨਾ ਸ਼ੁਕਰ ਹੈ। ਇਹ ਬੰਦਾ ਪੈਦਲ ਤੁਰਿਆ ਜਾ ਰਿਹਾ ਹੈ, ਮੈਥੋਂ ਉਮਰ 'ਚ ਵੀ ਵੱਡਾ ਹੈ, ਮੈਥੋਂ ਉਮਰ 'ਚ ਕਮਜ਼ੋਰ ਵੀ ਹੈ, ਮੈਨੂੰ ਤੂੰ ਤੰਦਰੁਸਤੀ ਵੀ ਦਿੱਤੀ ਹੈ, ਮੈਨੂੰ ਕਾਰ ਵੀ ਦਿੱਤੀ ਹੈ, ਮੈਂ ਠੰਡ ਗਰਮੀ ਸਰਦੀ ਮੀਂਹ ਹਨੇਰੀ ਧੁੱਪ ਦੇ ਸਾਰੇ ਦੁੱਖਾਂ ਤੋਂ ਬਚਾਇਆ ਹੋਇਆ ਪਰਮਾਤਮਾ ਤੂੰ ਮੈਨੂੰ। ਕਿਸੇ ਦੇ ਅੰਗ ਘੱਟ ਨੇ, ਫਿਰ ਸ਼ੁਕਰਾਨਾ ਕਰੀਏ। ਸਾਧ ਸੰਗਤ ਜੀ ਇਹ ਵੀ ਉਹਦੀ ਕੀਰਤੀ ਹੈ, ਇਹ ਵੀ ਉਹਦਾ ਵਡਿਆਈ ਹੈ। ਹਰੀ ਦੀ ਕੀਰਤੀ ਕਰੇ ਦਿਨ ਰਾਤ ਗਾਵੋ, ਦਿਨ ਰਾਤ ਕਰੋ, ਸਫਲ ਇਹਾ ਹੈ ਕਾਰੀ ਜੀਓ। ਕਾਰੀ ਮਨੇ ਕੰਮ, ਅਸਲ ਦੇ ਵਿੱਚ ਕਹਿੰਦੇ ਜ਼ਿੰਦਗੀ 'ਚ ਕਰਨ ਵਾਲਾ ਸਫਲ ਕੰਮ ਇਹੀ ਹੈ। ਬਾਕੀ ਤਾਂ ਸਾਰਾ ਕੌਡੀਆਂ ਦਾ ਵਪਾਰ ਹੈ। ਸਾਧ ਸੰਗਤ ਜੀ ਪਰਮਾਤਮਾ ਦਾ ਨਾਮ ਜਪਣਾ ਹੀ ਹੀਰੇ ਮੋਤੀਆਂ ਦਾ ਵਪਾਰ ਹੈ। ਜਿਵੇਂ ਆਪਾਂ ਪੜ੍ਹਦੇ ਹਾਂ, ਬਾਬਾ ਕਬੀਰ ਜੀ ਨੇ ਕਿਹਾ, ਕਿਨਹੀ ਵਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ, ਇਹਾ ਖੇਪ ਹਮਾਰੀ। ਸਾਧ ਸੰਗਤ ਜੀ ਆਪਾਂ ਨੇ ਵੀ ਪਰਮਾਤਮਾ ਦੇ ਨਾਮ ਦੀ ਇਹ ਵਣਜ ਕਰਨੀ ਹੈ, ਉਹਦਾ ਵਪਾਰ ਕਰਨਾ। ਅਸਲ ਦੇ ਵਿੱਚ ਇਹੀ ਲਾਭ ਵਾਲਾ ਲਾਹੇ ਵਾਲਾ ਕੰਮ ਇਹੀ ਹੈ। ਬਾਕੀ ਤਾਂ ਸਾਰੇ ਘਾਟੇ ਵਾਲੇ ਕੰਮ ਨੇ। ਅੱਗੇ ਗਰੀਬ ਨਵਾਜ਼ ਫਰਮਾਉਂਦੇ ਨੇ, ਦ੍ਰਿਸ਼ਟ ਧਾਰ ਆਪਣਾ ਦਾਸ ਸਵਾਰਿਆ, ਘਾਟ ਘਾਟ ਅੰਤਰ ਪਾਰ ਬ੍ਰਹਮ ਨਮਸਕਾਰਿਆ, ਇੱਕ ਸਵਿਣ ਹੋਰ ਦੂਜਾ ਨਾਹੀ, ਬਾਬਾ ਨਾਨਕ ਇਹ ਮਤ ਸਾਰੇ ਜੀਓ। ਧਿਆਨ ਰੱਖਣਾ, ਬਾਬਾ ਨਾਨਕ ਇਕੱਠਾ ਨਹੀਂ ਪੜ੍ਹਨਾ। ਬਾਬਾ ਨਾਨਕ ਨਾਲ ਸੰਬੰਧਿਤ ਨਹੀਂ। ਬਾਬੇ ਦਾ ਮਤਲਬ ਹੈ ਹੇ ਭਾਈ। ਗੁਰਬਾਣੀ ਦੇ ਵਿੱਚ ਕਿਤੇ ਵੀ ਬਾਬਾ ਨਾਨਕ ਨਹੀਂ ਆਉਂਦਾ। ਹਾਂ, ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ 'ਚ ਕਿਹਾ ਜਗਤ ਗੁਰ ਬਾਬਾ, ਉਹਨਾਂ ਨੇ ਨਾਨਕ ਨਾਲ ਬਾਬਾ ਲਾਇਆ। ਪਰ ਗੁਰਬਾਣੀ ਦੇ ਵਿੱਚ ਆਪਾਂ ਕਿਤੇ ਵੀ ਇਸ ਦਰਸ਼ਨ ਨਹੀਂ ਕੀਤੇ ਕਿ ਨਾਨਕ ਦੇ ਨਾਲ ਬਾਬਾ ਜੋੜਿਆ ਹੋਵੇ। ਕਹਿੰਦੇ ਹੇ ਪਰਮਾਤਮਾ ਜੀ, ਕਿਰਪਾ ਕਰਕੇ ਜਿਸ ਦਾਸ ਨੂੰ ਤੁਸੀਂ ਸਵਾਰ ਲਿਆ, ਜਿਹਦੇ ਤੁਸੀਂ ਔਗਣਾਂ ਵਾਲੇ ਬਿੰਗ ਚਿੱਬ ਕੱਢ ਦਿੱਤੇ, ਜਿਹਨੂੰ ਪਾਪਾਂ ਦੀ ਮੈਲ ਤੋਂ ਨਿਰਮਲ ਕਰ ਲਿਆ ਆਪਣੀ ਕਿਰਪਾ ਕਰਕੇ। ਕਿਉਂ ਸਾਧ ਸੰਗਤ ਜੀ, ਹੁਣ ਮਨ ਦਾ ਸ਼ੀਸ਼ਾ ਸਾਫ਼ ਹੋ ਗਿਆ। ਹੁਣ ਜਦੋਂ ਮਨ ਦਾ ਸ਼ੀਸ਼ਾ ਸਾਫ਼ ਹੋ ਗਿਆ, ਹੁਣ ਕੀ ਹੋ ਗਿਆ? ਹੁਣ ਬ੍ਰਹਮ ਦ੍ਰਿਸ਼ਟੀ ਮਿਲ ਗਈ। ਬ੍ਰਹਮ ਦ੍ਰਿਸ਼ਟੀ ਦੇ ਨਾਲ ਕੀ ਹੁੰਦਾ? ਹੁਣ ਜ਼ਰੇ ਜ਼ਰੇ 'ਚ ਪਰਮਾਤਮਾ ਵਿਆਪਕ ਦਿੰਦਾ। ਜਿਵੇਂ ਆਪਾਂ ਕੱਲ੍ਹ ਕਿ ਪਰਸੋਂ ਵੀ ਗੱਲ ਕੀਤੀ ਸੀ, ਬਾਬਾ ਨਾਮਦੇਵ ਨੂੰ ਕੁੱਤੇ 'ਚ ਰੱਬ ਦਿਸ ਰਿਹਾ, ਭਾਈ ਸਾਹਿਬ ਭਾਈ ਕਨ੍ਹਈਆ ਸਿੰਘ ਜੀ ਨੂੰ ਹੁੱਕਾ ਪੀਣ ਵਾਲੇ ਹਜਾਮਤਾਂ ਕਰਨ ਵਾਲੇ ਮੁਸਲਮਾਨਾਂ 'ਚ ਰੱਬ ਦਿਸ ਰਿਹਾ, ਜਿਹੜੇ ਹਾਲਾਂਕਿ ਗੁਰੂ ਦੇ ਦੋਖੀ ਨੇ। ਉਹਨਾਂ 'ਚ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਸਵੀਰ ਦਿਸ ਰਹੀ ਹੈ, ਕਿਉਂਕਿ ਮਨ ਦਾ ਸੀਸਾ ਸਾਫ਼ ਹੋ ਗਿਆ। ਗੁਰੂ ਨੇ ਦ੍ਰਿਸ਼ਟ ਕਰਕੇ ਉਹਨਾਂ ਨੂੰ ਸਵਾਰ ਦਿੱਤਾ, ਮਿਹਰ ਦੀ ਨਜ਼ਰ ਕਰਕੇ ਉਹਨਾਂ ਨੂੰ ਸਵਾਰ ਦਿੱਤਾ। ਜਿੱਦੇ ਆਪਾਂ ਨੂੰ ਵੀ ਸਵਾਰ ਦੇਣਾ ਸਾਧ ਸੰਗਤ ਜੀ, ਆਪਾਂ ਨੂੰ ਵੀ ਕੋਈ ਦੁਸ਼ਮਣ ਨਜ਼ਰ ਨਹੀਂ ਆਏਗਾ। ਆਪਾਂ ਫਿਰ ਉਹਦੇ ਆਪਾਂ ਵੀ ਇਹੀ ਗੱਲ ਕਹਾਂਗੇ, ਨਾ ਕੋ ਦੁਸ਼ਮਣ ਨਾਹੇ ਬਗਾਨਾ, ਸਾਗਲ ਸੰਗ ਹਮ ਕਉ ਬਣਿਆਈ। ਉਹਦੇ ਆਪਾਂ ਵੀ ਇਹੀ ਕਹਾਂਗੇ। ਹੁਣ ਕਹਿੰਦੇ ਉਸ ਨੂੰ ਘੱਟ ਘੱਟ ਦੇ ਵਿੱਚ ਪਰਮਾਤਮਾ ਦਿੰਦਾ, ਇਸ ਕਰਕੇ ਉਹ ਹਰੇਕ ਨੂੰ ਨਮਸਕਾਰ ਕਰਦਾ, ਸਿਰ ਝੁਕਾਉਂਦਾ, ਪਰਮਾਤਮਾ ਬਲਿਹਾਰੀ ਕੁਦਰਤ ਵਸਿਆ। ਉਹ ਤਾਂ ਫਿਰ ਕਹੇਗਾ ਘਟ ਘਟ ਵਾਸੀ ਸਰਬ ਨਿਵਾਸੀ, ਨੇਰਾ ਹੂੰ ਤੇ ਨੇਰਾ।
ਜਿਨ੍ਹਾਂ ਨੂੰ ਨਜ਼ਰ ਆਇਆ ਉਹਨਾਂ ਨੇ ਕਿਹਾ ਸਭੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ। ਇਹੀ ਉਹਨਾਂ ਨੇ ਫਿਰ ਉੱਚੀ ਆਵਾਜ਼ ਦੇ ਵਿੱਚ ਕਿਹਾ, ਨਮਸਕਾਰ ਕੀਤੀ ਹੈ। ਜਿਨ੍ਹਾਂ ਨੂੰ ਸਵਾਰ ਲਿਆ ਤੂੰ ਉਹਨਾਂ ਨੇ ਹਰੇਕ ਜ਼ਰੇ ਜ਼ਰੇ 'ਚ ਤੇਰੇ ਦਰਸ਼ਨ ਕਰਕੇ ਤੈਨੂੰ ਨਮਸਕਾਰ ਕੀਤੀ ਹੈ। ਇੱਕ ਸਵਿਣ ਹੋਰ ਦੂਜਾ ਨਹੀਂ। ਉਹਨਾਂ ਨੂੰ ਹੁਣ ਇੱਕ ਤੋਂ ਬਗੈਰ ਹੋਰ ਦੂਜਾ ਦਿੰਦਾ ਹੀ ਨਹੀਂ। ਸਾਧ ਸੰਗਤ ਜੀ ਆਪਾਂ ਕੱਲ੍ਹ ਵੀ ਇਹੀ ਗੱਲ ਕਰ ਰਹੇ ਸੀ। ਇੱਕ ਕੈਮਰੇ ਦਾ ਜਿਹੜਾ ਲੈਂਸ ਹੈ ਉਹ ਸਾਡੇ ਕੱਪੜਿਆਂ ਤੱਕ ਸਾਡੀ ਸਕਿਨ ਤੱਕ ਹੀ ਖੜ੍ਹਾ ਹੈ। ਉਹ ਸਾਡੀ ਫੋਟੋ ਖਿੱਚ ਦਿੰਦਾ। ਫੋਟੋ ਦੇਖ ਕੇ ਪਤਾ ਲੱਗ ਜਾਂਦਾ ਕਿ ਇਹ ਫਲਾਣਾ ਸਿੰਘ ਹੈ, ਇਹ ਫਲਾਣੀ ਬੀਬੀ ਹੈ। ਉਸ ਕੈਮਰੇ ਦੇ ਲੈਂਸ ਦੀ ਪਹੁੰਚ ਸਿਰਫ ਸਾਡੀ ਸਕਿਨ ਤੱਕ ਹੈ। ਐਕਸਰੇ ਦਾ ਲੈਂਸ ਹੈ ਉਹ ਸਾਡੀ ਚਮੜੀ ਤੋਂ ਸਾਡੇ ਕੱਪੜਿਆਂ ਤੋਂ ਅੱਗੇ ਦੀ ਗੱਲ ਕਰਦਾ। ਉਹ ਸਾਡੀਆਂ ਹੱਡੀਆਂ ਤੱਕ ਜਾ ਪਹੁੰਚਦਾ। ਫਿਰ ਅੱਗੇ ਜਿਹੜਾ ਹੈਗਾ ਅਲਟਰਾਸਾਊਂਡ ਦਾ ਲੈਂਸ ਹੈ ਸਾਧ ਸੰਗਤ ਜੀ, ਉਹ ਅੱਗੇ ਸਾਡੀਆਂ ਨਾੜਾਂ ਤੱਕ ਪਹੁੰਚ ਜਾਂਦਾ। ਉਹ ਸਾਡੇ ਪੇਟ 'ਚ ਦੱਸ ਦਿੰਦਾ ਕਿੱਥੇ ਸੋਜਾ ਹੈ, ਕਿੱਥੇ ਜ਼ਖਮ ਹੈ, ਕਿੱਥੇ ਕੀ ਹੈ। ਉਹਦੀ ਪਹੁੰਚ ਉਸ ਤੋਂ ਵੀ ਅੱਗੇ ਹੈ। ਇੱਕ ਫਿਰ MRI ਦਾ ਲੈਂਸ ਹੁੰਦਾ ਸਾਧ ਸੰਗਤ ਜੀ, ਉਹ ਬੜੀਆਂ ਬਰੀਕੀਆਂ ਨੂੰ ਪਕੜ ਲੈਂਦਾ। ਆਪਾਂ ਹੁਣ ਸੰਸਾਰ ਕੋ ਉਦਾਹਰਣ ਦੇਈਏ, ਬੇਸ਼ੱਕ ਉਦਾਹਰਣ ਪੂਰੀ ਨਹੀਂ ਉਤਰਦੀ, ਫਿਰ ਵੀ ਆਪਾਂ ਸੰਸਾਰ ਕੋ ਉਦਾਹਰਣ ਦੇਈਏ। ਜਿਹੜੀ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਹੁੰਦੀ ਆ ਉਹ MRI ਦਾ ਲੈਂਸ ਉਹਨਾਂ ਦੀਆਂ ਅੱਖਾਂ 'ਚ ਹੁੰਦਾ। ਉਹਨਾਂ ਨੂੰ ਨਾ ਚਮੜੀ ਦਿੰਦੀ ਹੈ ਕਿਸੇ ਦੀ, ਨਾ ਕਿਸੇ ਦਾ ਲਿੰਗ ਦਿੰਦਾ, ਨਾ ਕਿਸੇ ਦੀ ਜਾਤ ਦਿੰਦੀ ਹੈ, ਨਾ ਕਿਸੇ ਦੀ ਨਸਲ ਦਿੰਦੀ ਹੈ, ਨਾ ਕਿਸੇ ਦਾ ਕੋਈ ਸਰੀਰ ਦਿੰਦਾ। ਸਾਧ ਸੰਗਤ ਜੀ, ਉਹ ਸਰੀਰ ਦੇ ਵਿੱਚ ਜੋ ਜੋਤ ਵਿਆਪਕ ਹੈ ਨਾ, ਉਹਨਾਂ ਨੂੰ ਉਹੀ ਨਜ਼ਰ ਆਉਂਦੀ ਹੈ, ਉਹੀ ਨਜ਼ਰ ਆਉਂਦੀ ਹੈ। ਜਿਵੇਂ ਬਾਬਾ ਜੀ ਨੇ ਆਪਾਂ ਨੂੰ ਕਿੰਨੇ ਵਾਰੀ ਕਥਾ ਦੇ ਵਿੱਚ ਦੱਸਿਆ ਕਿ ਮਸਤੂਆਣਿਆਂ ਵਾਲੇ ਮਹਾਂਪੁਰਖ ਅਤੇ ਉਹਨਾਂ ਦਾ ਗੜਵਈ ਭਗਤ ਸਿੰਘ ਹਜ਼ੂਰ ਸਾਹਿਬ ਦੀ ਯਾਤਰਾ ਨੂੰ ਪੈਦਲ ਜਾ ਰਹੇ ਨੇ। ਉਦੋਂ ਇਹ ਰੇਲਾਂ ਬੱਸਾਂ ਦਾ ਇੰਨਾ ਪ੍ਰਬੰਧ ਨਹੀਂ ਹੁੰਦਾ ਸੀ, ਪੈਦਲ ਜਾ ਰਹੇ ਨੇ। ਜਦੋਂ ਮੱਧਿਆ ਪ੍ਰਦੇਸ਼ ਦੇ ਜੰਗਲਾਂ ਵਿੱਚ ਦੀ ਲੰਘਣ ਲੱਗੇ ਨੇ ਤਾਂ ਇੱਕ ਬਹੁਤ ਵੱਡਾ ਸ਼ੇਰ ਅੱਗੋਂ ਆ ਰਿਹਾ, ਕਿਉਂਕਿ ਉਦੋਂ ਸੜਕਾਂ ਤਾਂ ਨਹੀਂ ਸੀ, ਡੰਡੀਆਂ ਸੀ। ਡੰਡੀ ਜੰਗਲ ਦੇ ਵਿੱਚੋਂ ਦੀ ਜਾ ਰਹੇ ਨੇ ਉਹ ਪੱਗ ਡੰਡੀ 'ਤੇ। ਅੱਗੋਂ ਸ਼ੇਰ ਭਗਤ ਸਿੰਘ ਦੀ ਨਜ਼ਰੀ ਪਿਆ। ਉਦੋਂ ਬੋਲ ਵੀ ਨਹੀਂ ਹੋਇਆ। ਉਹ ਭੱਜ ਕੇ ਦਰਖਤ 'ਤੇ ਚੜ੍ਹ ਗਿਆ। ਸ਼ੇਰ ਲੰਘਿਆ, ਮਹਾਂਪੁਰਖਾਂ ਦੇ ਕੋਲ ਦੀ ਲੰਘ ਗਿਆ। ਅਤੇ ਜਦੋਂ ਸ਼ੇਰ ਫਿਰ ਹੋਰ ਅੱਗੇ ਲੰਘ ਗਿਆ ਤਾਂ ਉਹ ਭਗਤ ਸਿੰਘ ਹੇਠਾਂ ਉਤਰਿਆ ਅਤੇ ਪਿੱਛੇ ਦੌੜਦਾ ਸਾਹ ਹਫਿਆ ਹੋਇਆ ਬਾਬਾ ਜੀ ਆਵਾਜ਼ਾਂ ਮਾਰਦਾ। ਮਹਾਂਪੁਰਖਾਂ ਨੇ ਸਹਿਜ ਸੁਭਾਅ ਪੁੱਛਿਆ, ਭਗਤ ਸਿੰਘ ਕੀ ਹੋਇਆ? ਕਹਿੰਦੇ ਮਹਾਰਾਜ ਸ਼ੇਰ ਨਹੀਂ ਦੇਖਿਆ ਤੁਸੀਂ ਨੇ? ਕਹਿੰਦੇ ਭਗਤ ਸਿੰਘ ਜਿਹੜਾ ਸ਼ੇਰ ਤੈਂ ਦੇਖਿਆ ਉਹ ਸ਼ੇਰ ਮੈਂ ਨਹੀਂ ਦੇਖਿਆ। ਕਹਿੰਦੇ ਮਹਾਰਾਜ ਸ਼ੇਰ ਤਾਂ ਇੱਕੋ ਹੀ ਸੀ। ਕਹਿੰਦੇ ਹਾਂ ਇੱਕੋ ਹੀ ਸੀ। ਜਿਹੜੀ ਦ੍ਰਿਸ਼ਟੀ ਨਾਲ ਸ਼ੇਰ ਤੈਂ ਦੇਖਿਆ ਨਾ, ਮੈਂ ਉਸ ਦ੍ਰਿਸ਼ਟੀ ਨਾਲ ਸ਼ੇਰ ਨਹੀਂ ਦੇਖਿਆ, ਕਿਉਂਕਿ ਅਵਸਥਾ ਦਾ ਫਰਕ ਹੈ, ਅਵਸਥਾ ਦਾ ਫਰਕ ਹੈ। ਸਾਧ ਸੰਗਤ ਜੀ, ਉਹ ਕਹਿੰਦੇ ਭਗਤ ਸਿੰਘ ਤੂੰ ਚੰਗਾ ਕੀਤਾ, ਦਰਖਤ 'ਤੇ ਚੜ੍ਹ ਗਿਆ। ਜਿਵੇਂ ਤੇਰੀ ਦ੍ਰਿਸ਼ਟੀ ਸੀ ਤੈਨੂੰ ਸ਼ੇਰ ਨੇ ਮਾਰ ਕੇ ਖਾ ਲੈਣਾ ਸੀ। ਸਾਧ ਸੰਗਤ ਜੀ, ਇਹ ਅਵਸਥਾ ਗੱਲਾਂ ਨਾਲ ਨਹੀਂ ਆਉਂਦੀ। ਇਹਦੇ ਲਈ ਬੜੇ ਹੱਡ ਗਾਲਣੇ ਪੈਂਦੇ ਨੇ, ਬੜੀਆਂ ਕਮਾਈਆਂ ਕਰਨੀਆਂ ਪੈਂਦੀਆਂ ਨੇ। ਸਾਧ ਸੰਗਤ ਜੀ, ਬਹੁਤ ਘਾਲਣੀਆਂ ਪੈਂਦੀਆਂ ਨੇ। ਫਿਰ ਆਪਾਂ ਨੂੰ ਨਜ਼ਰ ਆਏਗਾ ਕਿ ਇੱਕ ਸਵਿਣ ਹੋਰ ਦੂਜਾ ਨਹੀਂ। ਉਹ ਤੋਂ ਬਗੈਰ ਹੋਰ ਕੋਈ ਹੈ ਨਹੀਂ। ਸਾਡੇ ਦੁਸ਼ਮਣ ਦੇ ਵਿੱਚ ਵੀ ਬੈਠਾ ਉਹੀ ਬੈਠਾ ਹੈ। ਸਾਧ ਸੰਗਤ ਜੀ, ਵਰੀਕੀ ਇਹ ਕਹਿੰਦੀ ਹੈ ਕਿ ਕਾਮ ਦੇ ਵਿੱਚ ਵੀ ਉਸੇ ਦਾ ਬਲ ਵਰਤ ਰਿਹਾ ਹੈ, ਕ੍ਰੋਧ ਦੇ ਵਿੱਚ ਵੀ ਉਸੇ ਦੀ ਸ਼ਕਤੀ ਪ੍ਰਜਵਲਿਤ ਹੈ, ਲੋਭ ਦੇ ਵਿੱਚ ਵੀ ਉਸੇ ਦੇ ਸੰਗਲ ਨੇ, ਮੋਹ ਦੇ ਵਿੱਚ ਵੀ ਉਸੇ ਦੀਆਂ ਫਾਹੀਆਂ ਨੇ, ਹੰਕਾਰ ਦੇ ਵਿੱਚ ਵੀ ਉਸੇ ਦੀ ਚੋਟੀ 'ਤੇ ਬਿਠਾਉਣ ਦਾ ਇਹ ਉਹਨਾਂ ਦੇ ਵਿੱਚ ਵੀ ਉਹੀ ਵਰਤ ਰਿਹਾ ਹੈ। ਜੇ ਉਹ ਕਾਮ ਕ੍ਰੋਧ ਹੰਕਾਰ ਦੇ ਵਿੱਚ ਨਾ ਵਰਤੇ ਫਿਰ ਤਾਂ ਪਰਮਾਤਮਾ ਕਮਜ਼ੋਰ ਹੋ ਗਿਆ ਅਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਮਾਇਆ ਉਤੋਂ ਪ੍ਰਬਲ ਹੋ ਗਈ, ਤਕੜੀ ਹੋ ਗਈ। ਇਹ ਮਾਇਆ ਅਤੇ ਮਾਇਆ ਦੇ ਤਿੰਨਾਂ ਗੁਣਾਂ, ਮਾਇਆ ਦੇ ਪੰਜਾਂ ਤੱਤਾਂ, ਮਾਇਆ ਦੇ ਪੰਜਾਂ ਵਿਕਾਰਾਂ ਦੇ ਵਿੱਚ ਸਭ ਉਸੇ ਦੀ ਬਲ ਵਰਤ ਰਿਹਾ। ਗਰੀਬ ਨਵਾਜ਼ ਸਤਿਗੁਰੂ ਕਹਿੰਦੇ ਬਾਬਾ ਨਾਨਕ ਇਹ ਮਤ ਸਾਰੀ ਜੀਓ। ਹੇ ਨਾਨਕ, ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ ਪੰਚਮ ਗੁਰੂ ਨਾਨਕ, ਹੇ ਭਾਈ ਅਸਲ ਦੇ ਵਿੱਚ ਇਹੀ ਸ੍ਰੇਸ਼ਟ ਮਤ ਹੈ ਕਿ ਉਹ ਤੋਂ ਬਗੈਰ ਹੋਰ ਕੋਈ ਦੂਸਰਾ ਹੈ ਨਹੀਂ। ਇਸੇ ਕਰਕੇ ਮਹਾਂਪੁਰਖ ਕਹਿੰਦੇ ਨੇ, ਗੁਰੂ ਜੀ ਗੁਰਬਾਣੀ ਰਾਹੀਂ ਕਹਿੰਦੇ ਨੇ ਕਿ ਕਿਸੇ ਦੀ ਨਿੰਦਿਆ ਨਹੀਂ ਕਰਨੀ, ਕਿਉਂਕਿ ਸਾਰਿਆਂ 'ਚ ਉਹੀ ਵਰਤ ਰਿਹਾ। ਸਾਧ ਸੰਗਤ ਜੀ, ਫਿਰ ਅਸੀਂ ਕਹਾਂਗੇ ਯਾਰ ਜਿਹਨੇ ਸਾਡੀ ਜੇਬ ਕੱਟੀ ਹੈ ਉਹਦੇ ਵਿੱਚ ਵੀ ਉਹੀ ਵਰਤ ਰਿਹਾ। ਹਾਂ ਬਿਲਕੁਲ, ਉਹਨੇ ਸਾਡੇ ਕਰਮਾਂ ਦਾ ਫਲ ਭੁਗਤਾਨ ਕੀਤਾ। ਹੁਣ ਇੱਕ ਬੰਦਾ
ਉਸ ਨੂੰ 75% ਲੋਕ ਚੰਗਾ ਕਹਿੰਦੇ ਨੇ, ਮੇਰੇ ਵਰਗੇ 25% ਲੋਕ ਮਾੜਾ ਕਹਿੰਦੇ ਨੇ। ਸਾਧ ਸੰਗਤ ਜੀ, ਹੁਣ ਜ਼ਹਿਰ ਹੈ, ਜ਼ਹਿਰ ਨੂੰ ਸਾਰੇ ਮਾੜਾ ਕਹਿੰਦੇ ਨੇ ਕਿਉਂਕਿ ਸਭ ਨੂੰ ਮਾਰ ਦਿੰਦੀ ਆ ਉਹ। ਪਰ ਵੈਦ ਕਹਿੰਦਾ ਨਹੀਂ, ਜ਼ਹਿਰ ਬਹੁਤ ਵਧੀਆ ਕਿਉਂਕਿ ਉਹਦੀਆਂ ਦਵਾਈਆਂ ਦੇ ਵਿੱਚ ਕੰਮ ਕਰਦੀ ਆ ਜ਼ਹਿਰ। ਕਿੰਨੀਆਂ ਦਵਾਈਆਂ ਦੇ ਵਿੱਚ ਜ਼ਹਿਰ ਪਾਉਂਦਾ ਉਹ। ਜ਼ਹਿਰ ਮਾੜੀ ਨਹੀਂ, ਉਹ ਬੰਦਾ ਮਾੜਾ ਨਹੀਂ। ਸਾਡੇ ਕਰਮਾਂ ਦਾ ਫਰਕ ਹੈ, ਸਾਡੀ ਕਿਸਮਤ ਦਾ ਫਰਕ ਹੈ। ਜੇ ਸਾਡੀ ਕਿਸਮਤ ਮਾੜੀ ਹੈ, ਸਾਨੂੰ ਅੱਗੋਂ ਜੇ ਕੋਈ ਸੰਤ ਮਹਾਂਪੁਰਸ਼ ਵੀ ਮਿਲ ਪਏ ਨਾ, ਹੋ ਸਕਦਾ ਸਾਨੂੰ ਸਰਾਫ ਦੇ ਜੇ। ਜੇ ਸਾਡੀ ਕਿਸਮਤ ਚੰਗੀ ਆ ਸਾਧ ਸੰਗਤ ਜੀ, ਕੋਈ ਡਾਕੂ ਚੋਰ ਲਟੇਰਾ ਵੀ ਸਾਡੀ ਮਦਦ ਕਰ ਦਿੰਦਾ। ਪਹਿਲਾਂ ਸਾਨੂੰ ਜਦੋਂ ਗਿਆਨੀ ਕੀਤੀ ਆ ਜਾਂ MA ਕੀਤੀ ਆ, ਉਹਦੇ ਵਿੱਚ ਚਿੱਠੇ ਆ ਕਾਬ ਹੁੰਦੇ ਸੀ, ਕਿੱਸੇ ਹੁੰਦੇ ਸੀ। ਉਹਨਾਂ ਦੇ ਵਿੱਚ ਕਿੰਨੇ ਡਾਕੂਆਂ ਦੇ ਚਿੱਠੇ ਪੜ੍ਹੇ ਨੇ ਕਿ ਉਹ ਅਮੀਰਾਂ ਨੂੰ ਲੁੱਟਦੇ ਸੀ, ਗਰੀਬਾਂ ਦੀ ਮਦਦ ਕਰ ਦਿੰਦੇ ਸੀ। ਕਿੰਨਾ ਵਾਰੀ ਪੜ੍ਹਿਆ ਸਾਧ ਸੰਗਤ ਜੀ। ਇਸ ਕਰਕੇ ਇਸ ਦੁਨੀਆ ਦੇ ਉੱਤੇ ਕੋਈ ਮਾੜਾ ਨਹੀਂ ਹੈ, ਕੋਈ ਘਟੀਆ ਨਹੀਂ ਹੈ। ਆਪਾਂ ਕਿਸੇ ਨੂੰ ਘਟੀਆ ਕਹਿ ਕੇ ਨਿੰਦਿਆ ਨਾ ਕਰੀਏ। ਇਹ ਸਿਰਫ ਸਾਡੀ ਕਿਸਮਤ ਹੈ। ਜਿਨ੍ਹਾਂ ਦੀ ਹੁਣ ਕਿਸਮਤ ਮਾੜੀ ਹੈ, ਹੁਣ ਮਾਂ ਤੋਂ ਵੱਧ ਤਾਂ ਨੇੜੇ ਕੋਈ ਨਹੀਂ ਹੁੰਦਾ। ਉਹਨਾਂ ਦੀ ਮਾਂ ਉਹਨਾਂ ਦਾ ਕਤਲ ਕਰ ਦਿੰਦੀ ਹੈ, ਉਹਨਾਂ ਦਾ ਬਾਪ ਹੀ ਉਹਨਾਂ ਦਾ ਕਤਲ ਕਰ ਦਿੰਦਾ। ਹਾਲਾਂਕਿ ਆਪਾਂ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚ, ਕਹਿੰਦੇ ਆਪਣਾ ਕਿਆ ਵਸ ਜੋ ਵਿਖ ਦੇ ਮਹਿਤਾਰੀ। ਬਾਬਾ ਕਬੀਰ ਜੀ ਦੀ ਬਾਣੀ ਚ ਆਉਂਦਾ ਗੌੜੀ ਰਾਗ ਦੇ ਵਿੱਚ, ਕਹਿੰਦੇ ਫਿਰ ਕੀ ਵਸ ਹੈ ਜੇ ਮਾਏ ਜ਼ਹਿਰ ਦੇਣ ਤੇ ਤੁਲ ਜੇ। ਭਾਈ ਗੁਰਦਾਸ ਵੀ ਆਪਣੀ 12 ਚ ਇਹੀ ਕਹਿੰਦੇ ਨੇ, ਕਹਿੰਦੇ ਜੇ ਮਾਤਾ ਹੀ ਜ਼ਹਿਰ ਦੇਵੇ ਫਿਰ ਇਹਦਾ ਮਤਲਬ ਸਾਡੀ ਕਿਸਮਤ ਮਾੜੀ ਹੈ। ਮਾਂ ਜਿਹੜੀ ਜ਼ਹਿਰ ਦੇਣ ਲੱਗੀ ਆ, ਮਾਂ ਨਹੀਂ ਮਾੜੀ। ਮਾਂ ਨੇ ਬਾਕੀ ਜੀਵ ਤਾਂ ਪਾਲ ਰਹੇ ਨੇ, ਬਾਕੀ ਬੱਚਿਆਂ ਨੂੰ ਵੀ ਤਾਂ ਪਾਲੇ ਰਹੀ ਆ। ਹੁਣ ਸਾਰਿਆਂ ਦੇ ਵਿੱਚ ਉਹੀ ਵਰਤ ਰਿਹਾ, ਚੰਗਿਆਂ 'ਚ ਵੀ ਮਾੜਿਆਂ 'ਚ ਵੀ। ਅਸੀਂ ਮਤਲਬ ਹੁਣ ਕਿਸੇ ਨੂੰ ਨਿੰਦਣਾ ਨਹੀਂ ਹੈ। ਕਿਰਪਾ ਕਰੇ ਪਰਮਾਤਮਾ ਸਾਡੇ ਤੇ। ਮਾਜ ਮਹਿਲਾ ਪੰਜਵਾਂ। ਅੱਗੇ ਸਤਿਗੁਰੂ ਫਰਮਾਉਂਦੇ ਨੇ, ਮਨ ਤਨ ਰਤਾ ਰਾਮ ਪਿਆਰੇ, ਸਰਵ ਦੀਜੈ ਆਪਣਾ ਵਾਰੇ। 8 ਪਹਿਰ ਗੋਬਿੰਦ ਗੁਣ ਗਾਈਐ, ਵਿਸਰਨਾ ਕੋਈ ਸਾਸਾ ਜੀਓ। ਜਿਨ੍ਹਾਂ ਦਾ ਮਨ ਅਤੇ ਤਨ ਪਿਆਰੇ ਰਾਮ ਦੇ ਪਿਆਰ ਵਿੱਚ ਰੰਗਿਆ ਗਿਆ, ਭਾਵ ਸੰਤਾਂ ਮਹਾਂਪੁਰਸ਼ਾਂ ਦਾ ਹੀ ਮਨ ਤੇ ਤਨ ਪਰਮਾਤਮਾ ਦੇ ਪਿਆਰ ਵਿੱਚ ਰੰਗਿਆ ਹੁੰਦਾ। ਕਹਿੰਦੇ ਉਹਨਾਂ ਨੂੰ ਕੀ ਕਰਨਾ ਚਾਹੀਦਾ? ਸਰਵ ਦੀਜੈ ਆਪਣਾ ਵਾਰੇ। ਉਹ ਸੰਤਾਂ ਤੋਂ ਆਪਣਾ ਸਾਰਾ ਕੁਝ ਕੁਰਬਾਨ ਕਰ ਦੇਣਾ ਚਾਹੀਦਾ। ਉਹਨਾਂ ਅੱਗੇ ਤਨ ਵੀ, ਮਨ ਵੀ, ਧਨ ਵੀ ਆਪਣਾ ਅੱਗੇ ਰੱਖ ਦੇਣਾ ਚਾਹੀਦਾ। ਇਹੋ ਜਿਹੇ ਸਾਧੂਆਂ, ਸੰਤਾਂ, ਗੁਰੂਆਂ, ਪੀਰਾਂ ਤੋਂ ਜਿਨ੍ਹਾਂ ਦਾ ਮਨ ਅਤੇ ਤਨ ਪਰਮਾਤਮਾ ਦੇ ਪਿਆਰ ਦੇ ਵਿੱਚ ਰੰਗਿਆ ਹੋਇਆ। ਉਹਨਾਂ ਦੀ ਅਵਸਥਾ ਇਹ ਹੁੰਦੀ ਆ ਸਾਧ ਸੰਗਤ ਜੀ, ਉਹਨਾਂ ਦੀ ਸੰਗਤ ਕਰਕੇ ਸਾਨੂੰ ਇਹ ਫਲ ਮਿਲਦਾ ਹੈ ਕਿ 8 ਪਹਿਰ ਗੋਬਿੰਦ ਗੁਣ ਗਾਈਐ, ਵਿਸਰਨਾ ਕੋਈ ਸਾਸਾ ਜੀਓ। ਉਹਨਾਂ ਨੇ ਸਾਨੂੰ ਇਹੀ ਉਪਦੇਸ਼ ਦੇਣਾ ਹੁੰਦਾ ਹੈ ਕਿ ਭਾਈ 8 ਪਹਿਰ ਪਰਮਾਤਮਾ ਦੇ ਗੁਣ ਗਾਉਣੇ ਚਾਹੀਦੇ ਨੇ। ਕੋਈ ਵੀ ਸਵਾਸ ਉਸ ਤੋਂ ਵਿਸਰਨਾ ਨਹੀਂ ਚਾਹੀਦਾ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਸਾ ਬੁੱਧ ਦੀਜੈ ਜਿਤ ਵਿਸਰੈ ਨਾਹੀ, ਸਾ ਮਤ ਦੀਜੈ ਜਿਤ ਤੁਧ ਧਿਆਈ। ਸਾਸ ਸਾਸ ਗੁਣ ਗਾਵਾਂ। ਇਹ ਦੇਖੋ ਇੱਥੋਂ ਤੱਕ ਹੈ ਸਾਧ ਸੰਗਤ ਜੀ, ਕਿਉਂਕਿ ਉਹਨਾਂ ਨੂੰ ਨਾਮ ਦੀ ਕਦਰ ਦਾ ਪਤਾ ਹੈ, ਉਹਨਾਂ ਨੂੰ ਨਾਮ ਦੀ ਕੀਮਤ ਦਾ ਪਤਾ ਹੈ। ਸਾਨੂੰ ਕੀਮਤ ਦਾ ਨਾ ਪਤਾ ਹੋਣ ਕਾਰਨ ਅਸੀਂ TV ਮੂਹਰੇ ਦਾ 3 ਘੰਟੇ ਬੈਠ ਕੇ ਫਿਲਮ ਦੇਖ ਲੈਂਦੇ ਹਾਂ। ਕੋਈ ਰਿਸ਼ਤੇਦਾਰ ਆ ਜਾਏ ਘੰਟਿਆਂ ਬੱਧੀ, ਉਹਦੇ ਨਾਲ ਤਾਂ ਗੱਲਾਂ ਮਾਰ ਲੈਂਦੇ ਹਾਂ। ਤਾਸ਼ ਖੇਡਣਾ ਪੈ ਜਾਏ, ਤਾਸ਼ ਖੇਡ ਲੈਂਦੇ ਹਾਂ ਘੰਟਿਆਂ ਬੱਧੀ। ਮੋਬਾਈਲ ਦੇ ਉੱਤੇ ਚੈਟ ਕਰੀ ਜਾਂਦੇ ਹਾਂ ਘੰਟਿਆਂ ਬੱਧੀ। ਪਰ ਜਪਜੀ ਸਾਹਿਬ ਦਾ ਪਾਠ ਕਰਨ ਵੇਲੇ ਸਾਨੂੰ ਉਬਾਸੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਸਾਡੇ ਲੱਤਾਂ ਬਾਹਾਂ ਥੱਕ ਜਾਂਦੀਆਂ ਨੇ। ਹੁਣ ਕੋਈ ਇਹੋ ਜਿਹਾ ਰੰਗਿਆ ਹੋਇਆ ਪੂਰਨ ਸਾਧੂ ਮਿਲੇ, ਪੂਰਨ ਗੁਰੂ ਮਿਲੇ, ਜਿਹੜਾ ਸਾਡੇ 'ਤੇ ਕਿਰਪਾ ਕਰੇ, ਸਾਡੇ ਵੀ ਅੰਦਰ 8 ਪਹਿਰ ਪਰਮਾਤਮਾ ਦੀ ਸਿਫਤ 'ਚ ਸਲਾਹ ਚੱਲ ਪਵੇ। ਕੋਈ ਵੀ ਸਵਾਸ ਸਾਨੂੰ ਵਿਸਰੇ ਨਾ। ਅੱਗੇ ਗਰੀਬ ਨਵਾਜ ਕਹਿੰਦੇ, ਸੋਈ ਸਾਜਣ ਮੀਤ ਪਿਆਰਾ, ਆਰਾਮ ਨਾਮ ਸਾਧ ਸੰਗ ਵਿਚਾਰਾ। ਸਾਧੂ ਸੰਗ ਤਰੀਜਾ ਸਾਗਰ, ਕੱਟ ਗਿਆ ਜਾਂ ਕੀ ਫਾਂਸਾ ਜੀਓ। ਅਸਲ ਦੇ ਵਿੱਚ ਉਹੀ ਸਾਡਾ ਸੱਜਣ ਹੈ, ਉਹੀ ਮਿੱਤਰ ਹੈ। ਸਾਧ ਸੰਗਤ ਜੀ, ਅਸੀਂ ਤਾਂ ਕਈ ਵਾਰੀ ਜਿਹਦੇ ਨਾਲ ਪੈਗ ਪੀਦਾ ਉਹਨੂੰ ਕਹਿ ਦਿੰਦੇ ਸਾਡਾ ਮਿੱਤਰ ਹੈ ਜੀ, ਮੇਰਾ ਬੜਾ ਪੱਕਾ ਦੋਸਤ ਹੈ। ਜਿਹਦੇ ਨਾਲ ਜਾ ਕੇ ਚੋਰੀ ਕਰੀ ਦੀ ਹੈ, ਕੋਈ ਜੇਬ ਕੱਟਣ ਦੀ ਇੱਕ ਸਕੀਮ ਬਣਾਈ ਦੀ ਹੈ, ਉਹਨੂੰ ਅਸੀਂ ਕਹਿੰਦੇ ਜੀ ਇਹਦਾ ਮੇਰਾ ਬੜਾ ਪੱਕਾ ਦੋਸਤ ਹੈ। ਜਿਹਦੇ ਨਾਲ ਰਿਸ਼ਵਤ ਦੀ ਸਾਂਝ ਪਾਈ ਹੁੰਦੀ ਆ, ਉਹਨੂੰ ਕਹਿੰਦੇ ਅਸੀਂ ਪੱਕਾ ਦੋਸਤ ਹੈ। ਹੁਣ ਗੁਰਬਾਣੀ ਦੀ ਕਸਵੱਟੀ ਤੇ ਸਾਡਾ ਮਿੱਤਰ ਕੌਣ ਹੈ?
ਮਹਾਰਾਜ ਉਹਨਾਂ ਬਾਰੇ ਤਾਂ ਕਹਿੰਦੇ ਨੇ ਇਹ ਮੀਤ ਸੱਜਣ ਸਭ ਜਾਮ, ਉਹ ਤਾਂ ਜਮ ਰੂਪ ਨੇ ਜਿਹੜੇ ਸਾਨੂੰ ਭੈੜੇ ਪਾਸੇ ਲੈ ਕੇ ਜਾਂਦੇ ਨੇ, ਜਿਹੜੇ ਸਾਨੂੰ ਪਰਮਾਤਮਾ ਨਾਲੋਂ ਤੋੜ ਕੇ ਸੰਸਾਰ ਦੇ ਨਾਲ ਲਾਉਂਦੇ ਨੇ। ਗਰੀਬ ਨਵਾਜ ਕਹਿੰਦੇ ਅਸਲ ਦੇ ਵਿੱਚ ਉਹੀ ਸਾਡਾ ਸੱਜਣ ਹੈ, ਉਹੀ ਸਾਡਾ ਮਿੱਤਰ ਹੈ, ਉਹੀ ਸਾਡਾ ਅਤੀ ਪਿਆਰਾ ਹੈ, ਜਿਹੜਾ ਸਾਨੂੰ ਸਾਧ ਸੰਗਤ ਦੇ ਰਾਹੀਂ ਆਰਾਮ ਨਾਮ ਦੀ ਵਿਚਾਰ ਸੁਣਾਉਂਦਾ ਹੈ। ਜਿਹੜਾ ਸਾਨੂੰ ਸਾਧ ਸੰਗਤ ਦਾ ਮਤਲਬ ਇਹ ਨਹੀਂ ਕਿ ਜਿਵੇਂ ਕੋਈ ਹੁਣ ਮੇਰੇ ਵਰਗਾ ਲੱਗਿਆ ਹੋਇਆ, ਨਹੀਂ, ਜਿਹੜਾ ਸਾਡੇ ਘਰੇ ਆ ਕੇ ਵੀ ਕੋਈ ਪਰਮਾਤਮਾ ਦੇ ਨਾਮ ਦੀ ਉਹ ਗੱਬਾਤ ਪਾਉਂਦਾ ਹੈ, ਪਰਮਾਤਮਾ ਦੇ ਵਿੱਚ ਸ਼ਰਧਾ ਵਧਾਉਣ ਦੀ ਗੱਲ ਕਰਦਾ ਹੈ, ਪਰਮਾਤਮਾ ਨਾਲ ਤੋੜਨ ਦੀ ਨਹੀਂ ਬਲਕਿ ਪਰਮਾਤਮਾ ਨਾਲ ਜੋੜਨ ਦੀ ਗੱਲ ਕਰਦਾ ਹੈ, ਅਸਲ ਦੇ ਵਿੱਚ ਉਹੀ ਸਾਡਾ ਮਿੱਤਰ ਹੈ। ਸਾਧ ਸੰਗਤ ਜੀ ਭਾਈ ਗੁਰਦਾਸ ਜੀ ਕਹਿੰਦੇ ਨੇ, ਇੱਕ ਸਿੱਖ ਦੋਏ ਸਾਧ ਸੰਗ। ਜੇ ਦੋ ਸਿੱਖ ਇਕੱਠੇ ਹੋ ਕੇ ਵੀ ਨਾ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ, ਉਹ ਹੀ ਸਾਧ ਸੰਗਤ ਹੁੰਦੀ ਆ। ਜੇ ਤਾਂ ਆਪਾਂ ਸੈਂਕੜੇ ਇਕੱਠੇ ਹੋ ਕੇ ਕਰਦੇ ਹਾਂ, ਉਹ ਤਾਂ ਫਿਰ ਸੱਚਖੰਡੇ ਬਣ ਗਿਆ ਨਾ। ਪੰਜਾਂ 'ਚ ਤਾਂ ਫਿਰ ਪਰਮੇਸ਼ਰ ਹੁੰਦਾ ਹੀ ਹੈ। ਇੱਕ ਸਿੱਖ ਦੋਏ ਸਾਧ ਸੰਗਤ ਪੰਚਾਂ ਮੈਂ ਪਰਮੇਸ਼ਰ, ਫਿਰ ਪੰਜਾਂ 'ਚ ਤਾਂ ਪਰਮੇਸ਼ਰ ਹੁੰਦਾ। ਫਿਰ ਜਿੱਥੇ ਸੈਂਕੜੇ ਹਜ਼ਾਰਾਂ ਇਕੱਠੇ ਬਹਿੰਦੇ ਨੇ, ਉੱਥੇ ਤਾਂ ਫਿਰ ਪ੍ਰਤੱਖ ਰੂਪ ਦੇ ਵਿੱਚ ਸੱਚਖੰਡ ਹੁੰਦਾ ਹੈ, ਪਰਮਾਤਮਾ ਆਪ ਵਰਤ ਰਿਹਾ ਹੁੰਦਾ ਹੈ, ਵਿੱਚ ਸੰਗਤ ਹਰ ਪਰ ਵਸੈ ਜੀਓ, ਆਪਾਂ ਪੜ੍ਹ ਕੇ ਆਏ ਹਾਂ ਪਿੱਛੇ। ਅਸਲ ਦੇ ਵਿੱਚ ਕਹਿੰਦੇ ਉਹੀ ਮਿੱਤਰ ਹੈ, ਉਹੀ ਸੱਜਣ ਹੈ, ਜਿਹੜਾ ਸਾਨੂੰ ਸਾਧੂ ਦੀ ਸੰਗਤ ਦੇ ਰਾਹੀਂ ਪਰਮਾਤਮਾ ਦੇ ਨਾਮ ਦੀ ਵਿਚਾਰ ਸੁਣਾਉਂਦਾ ਹੈ, ਪਰਮਾਤਮਾ ਦੀ ਵਿਚਾਰ ਨਾਲ ਜੋੜਦਾ ਹੈ। ਸਾਧੂ ਸੰਗ ਤਰੀਜੈ ਸਾਗਰ, ਕਟਿਆ ਜਮ ਕੀ ਫਾਂਸਾ ਜੀਓ। ਫਿਰ ਇਹੋ ਜਿਹੇ ਸਾਧੂ ਜਿਹੜਾ ਸਾਨੂੰ ਪਰਮਾਤਮਾ ਨਾਲ ਜੋੜਦਾ ਹੈ, ਉਹਦੀ ਸੰਗਤ ਦੇ ਨਾਲ ਇਹ ਸੰਸਾਰ ਸਾਗਰ ਨੂੰ ਤਰੀਦਾ ਹੈ। ਅਸੀਂ ਆਪਣੇ ਯਤਨਾਂ ਨਾਲ ਸਾਧ ਸੰਗਤ ਨੂੰ ਨਹੀਂ ਤਰਿਆ ਜਾਂਦਾ। ਸਾਧ ਸੰਗਤ ਜੀ ਕਈ ਬੰਦਿਆਂ ਨਾਲ ਵਿਚਾਰ ਹੁੰਦੀ ਹੈ ਤਾਂ ਬੜੇ ਹੈਰਾਨ ਹੋਈਦਾ, ਹੱਥ ਪੈਰ ਕੰਬਣ ਲੱਗੇ, ਬੁਢਾਪਾ ਜ਼ੋਰ ਪਾ ਰਿਹਾ, ਪਰ ਅਜੇ ਕਾਮ ਦੀਆਂ ਲਹਿਰਾਂ ਪਰੇਸ਼ਾਨ ਕਰ ਰਹੀਆਂ ਨੇ, ਅਜੇ ਕ੍ਰੋਧ ਦੀ ਜਵਾਲਾ ਹਿਰਦਾ ਸਾੜ ਰਹੀ ਹੈ, ਅਜੇ ਲੋਭ ਮੋਹ ਦੇ ਸੰਗਲਾਂ ਦੇ ਵਿੱਚ ਜਕੜਿਆ ਹੋਇਆ। ਹੁਣ ਕੋਈ ਗੁਰੂ ਹੀ ਆਵੇ, ਸੰਪੂਰਨ ਕੋਈ ਸਾਧੂ ਆਵੇ, ਫਿਰ ਜਿਹੜਾ ਇਹਨਾਂ ਬੰਧਨਾਂ ਤੋਂ ਮੁਕਤ ਕਰੇ। ਸਾਧ ਸੰਗਤ ਜੀ ਉਹਨੇ ਬੰਧਨਾਂ ਤੋਂ ਮੁਕਤ ਉਦੋਂ ਕਰਨਾ ਹੈ ਜਦੋਂ ਅਸੀਂ ਬੇਨਤੀ ਕਰਾਂਗੇ ਉਹਦੇ ਚਰਨਾਂ 'ਚ ਬਿਲਕੁਲ ਇਕਾਗਰ ਹੋ ਕੇ ਕਿ ਬਲ ਛੁੱਟ ਕਿਓ ਬੰਧਨ ਭਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ, ਗੱਜ ਜਿਉ ਹੋ ਸਹਾਏ। ਜਦੋਂ ਫਿਰ ਬੇਨਤੀ ਕਰਾਂਗੇ ਪਰਮਾਤਮਾ ਜੀ ਤੁਸੀਂ ਗੱਜ ਦੀ ਵੀ ਤਾਂ ਮਦਦ ਕੀਤੀ ਹੈ, ਤੁਸੀਂ ਗਣਕਾ ਜੀ ਦੇ ਪਾਪ ਕੱਟੇ ਨੇ, ਗਰੀਬ ਨਵਾਜ ਪਰਮਾਤਮਾ ਜੀ ਤੁਸੀਂ ਅਜਾਮਲ ਨੂੰ ਵੀ ਤਾਂ ਸਵਰਗਾਂ ਦਾ ਵਾਸੀ ਬਣਾਇਆ, ਮੇਰੇ ਤੇ ਵੀ ਕਿਰਪਾ ਕਰੋ। ਬੇਅੰਤ ਔਗਣਾਂ ਨਾਲ ਭਰਿਆ ਹੋਇਆ ਦਾਗੋ ਦਾਗ, ਪਰ ਮੇਰੇ ਪ੍ਰੀਤਮਾ ਜੇ ਹਉ ਨਾ ਪਾਪ ਕਰੰਤਾ ਅਹੇ ਅਨੰਤਾ, ਪਤਤ ਪਾਵਨ ਤੇਰਾ ਨਾਮ ਕੈਸੇ ਹੁੰਤਾ। ਭਿੱਜ ਕੇ ਬੇਨਤੀ ਕਰੀਏ ਉਹਦੇ ਚਰਨਾਂ 'ਚ, ਫੋੜ ਨਾ ਕਾਗਦ ਵਧੀਆਂ ਵਾਲੇ, ਦਰ ਤੋਂ ਧੱਕ ਨਾ ਮੈਨੂੰ, ਜੇ ਮੇਰੇ ਵਿੱਚ ਐਬ ਨਾ ਹੁੰਦੇ ਤੂੰ ਬਖਸ਼ਿੰਦਾ ਕਿਹਨੂੰ। ਪਰਮਾਤਮਾ ਜੀ ਤੇਰੀ ਵਡਿਆਈ ਇਸੇ ਵਿੱਚ ਹੈ ਕਿ ਤੂੰ ਪਤਤ ਪਾਵਨ ਹੈ। ਜੇ ਅਸੀਂ ਆਪੇ ਪਵਿੱਤਰ ਹੁੰਦੇ ਫਿਰ ਮਹਾਰਾਜ ਤੇਰੇ ਬਖਸ਼ਣ ਦੀ ਤਾਂ ਵਡਿਆਈ ਤੇਰੇ ਕੋਲ ਨਹੀਂ ਹੋਣੀ ਸੀ, ਇਸ ਤਾਂ ਫਿਰ ਆਪੇ ਸਾਫ਼ ਸੁਥਰੇ ਹਾਂ। ਤੇਰੀ ਵਡਿਆਈ ਇਸੇ 'ਚ ਹੈ ਕਿ ਤੂੰ ਸਾਨੂੰ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ, ਪਾਵਨ ਕਰਨ ਵਾਲਾ ਹੈ। ਇਹ ਗੁਰੂ ਦੀ ਸੰਗਤ ਦੇ ਰਾਹੀਂ, ਸਾਧੂ ਦੀ ਸੰਗਤ ਦੇ ਰਾਹੀਂ ਇਹ ਸੰਸਾਰ ਸਾਗਰ ਨੂੰ ਤਰਿਆ ਜਾਂਦਾ ਹੈ, ਅਤੇ ਉਹਦੀ ਸੰਗਤ ਦੇ ਰਾਹੀਂ ਕਟਿਆ ਜਮ ਕੀ ਫਾਂਸਾ ਜੀਓ। ਇਹਨੂੰ ਫਾਂਸਾ ਪੜ੍ਹਨਾ ਹੈ, ਕਿਉਂਕਿ ਹਿੰਦੀ ਦੇ ਵਿੱਚ ਫਾਂਸਾ ਹੁੰਦਾ, ਪੰਜਾਬੀ ਦੇ ਵਿੱਚ ਫਾਹਾ ਹੁੰਦਾ। ਹੁਣ ਹਿੰਦੀ ਦਾ ਸ਼ਬਦ ਹੈ ਫਾਂਸਾ ਪੜ੍ਹਨਾ। ਕਹਿੰਦੇ ਇਹ ਗੁਰੂ ਦੀ ਸੰਗਤ ਦੇ ਰਾਹੀਂ ਇਹ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ। ਕਿਉਂ? ਕਿਉਂਕਿ ਗੁਰੂ ਨੇ ਇੱਥੇ ਸਾਨੂੰ ਪਾਪ ਵਕਾਰ ਕਰਨ ਤੋਂ ਰੋਕ ਦੇਣਾ। ਜਦੋਂ ਅਸੀਂ ਪਾਪ ਵਕਾਰ ਨਹੀਂ ਕਰਾਂਗੇ ਸਾਡਾ ਵਸ ਜਮਾਂ ਨਾਲ ਪੈਣਾ ਹੀ ਨਹੀਂ। ਫਿਰ ਸਾਡਾ ਵਸ ਕਿਉਂ ਪਏਗਾ ਜਮਾਂ ਨਾਲ, ਸਾਡਾ ਵਾਹ ਹੀ ਨਹੀਂ ਪਏਗਾ। ਅੱਗੇ ਸਤਿਗੁਰੂ ਫਰਮਾਉਂਦੇ ਨੇ, ਚਾਰ ਪਦਾਰਥ ਹਰ ਕੀ ਸੇਵਾ, ਪਾਰ ਜਾਤ ਜਪ ਅਲਖ ਭੇਵਾ, ਕਾਮ ਕ੍ਰੋਧ ਕਿਲ ਵਿਖ ਗੁਰ ਕਾਟੇ, ਪੂਰਨ ਹੋਈ ਆਸਾ ਜੀਓ। ਚਾਰ ਪਦਾਰਥ, ਧਰਮ ਅਰਥ ਕਾਮ ਮੋਖ, ਚਾਰ ਪਦਾਰਥ ਮੰਨੇ ਗਏ ਨੇ। ਇਹ ਹਰੀ ਦੀ ਸੇਵਾ ਵਿੱਚ ਵੀ ਲੱਭਣੇ ਨੇ। ਸਾਧ ਸੰਗਤ ਜੀ ਗੁਰੂ ਮਹਾਰਾਜ ਕਹਿੰਦੇ ਇਹ ਚਾਰ ਪਦਾਰਥ ਤੈਨੂੰ ਕਿਸੇ ਹੋਰ ਯਤਨ ਨਾਲ, ਕੋਈ ਭੁੱਖੇ ਰਹਿ ਕੇ, ਨੰਗੇ ਰਹਿ ਕੇ, ਕੋਈ ਜਿਹੜਾ ਹੈ ਜੰਗਲਾਂ ਦੇ ਵਿੱਚ ਜਾ ਕੇ ਵਰਤ ਰੱਖ ਕੇ ਨਹੀਂ ਪ੍ਰਾਪਤ ਹੋਣੇ। ਹਰੀ ਦੀ ਸੇਵਾ ਬਾਰੇ ਆਪਾਂ ਵਿਚਾਰ ਪਹਿਲਾਂ ਕਰ ਲਈ ਕਿ ਉਹਦੇ ਹੁਕਮ ਨੂੰ ਮੰਨਣਾ ਹੀ ਹਰੀ ਦੀ ਸੇਵਾ ਹੈ।
ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਹੀ ਹਰੀ ਦੀ ਸੇਵਾ ਹੈ। ਸਾਧ ਸੰਗਤ ਜੀ, ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਇਹ ਐਰੇ ਗੈਰੇ ਨੱਥੂ ਖੈਰੇ ਦੇ ਵੱਸ ਦੀ ਗੱਲ ਨਹੀਂ ਹੈ। ਇਹ ਵੀ ਬੜੀ ਕਮਾਈ ਹੋਵੇ, ਬੜੀ ਗੁਰੂ ਦੀ ਕਿਰਪਾ ਹੋਵੇ ਤਾਂ ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਜਾਂਦਾ ਹੈ। ਆਪ ਹੀ ਨਾਲ ਦੋ ਘਟਨਾਵਾਂ ਸਾਂਝੀਆਂ ਕਰਦੇ ਹਾਂ। ਦਾਸ 1983 ਦੇ ਵਿੱਚ ਮੋਹਾਲੀ ਰਹਿੰਦਾ ਸੀ। ਉੱਥੇ ਇੱਕ ਬੰਦਾ ਪੰਜਾਬ ਟਰੈਕਟਰ ਲਿਮਟਿਡ ਦੇ ਵਿੱਚ ਨੌਕਰੀ ਕਰਦਾ ਸੀ। ਸ਼ਾਇਦ ਉਹ ਜੇਈ ਜਾਂ ਉਦੋਂ ਇੰਜੀਨੀਅਰ ਸੀ। ਪਰ ਉਹਦਾ ਪਹਿਰਾਵਾ, ਉਹਨੇ ਚੋਲਾ ਪਾ ਕੇ ਰੱਖਣਾ, 3 ਫੁੱਟੀ ਕਿਰਪਾਨ ਪਾ ਕੇ ਰੱਖਣੀ, ਅਤੇ ਮਤਲਬ ਪੈਂਟ ਕੁੜਤੇ ਪਜਾਮੇ ਦਾ ਤਿਆਗ ਕੀਤਾ ਸੀ, ਦੁਮਾਲਾ ਸਜਾ ਕੇ ਡਿਊਟੀ ਜਾਣਾ। ਨਾ ਉਹਦਾ ਸੀ ਰਣਧੀਰ ਸਿੰਘ। ਰਣਧੀਰ ਸਿੰਘ ਬੜਾ ਪਤਲੇ ਸਰੀਰ ਦਾ, ਕਮਜ਼ੋਰ ਜਿਹੇ ਸਰੀਰ ਦਾ ਸੀ, ਪਰ ਉਹਦੇ ਮੂੰਹ ਤੋਂ ਇੱਕ ਬੜੀ ਆਭਾ ਸੀ। ਉਹਦੇ ਮੂੰਹ 'ਤੇ ਦਰਸ਼ਨ ਦੇਖ ਕੇ ਨਾ ਇੱਕ ਮਨ ਨੂੰ ਕੁਛ ਸਕੂਨ ਜਿਹਾ ਮਿਲਦਾ ਸੀ ਉਹਦਾ। ਮੈਂ ਆਪਣੇ ਦੋਸਤ ਨੂੰ ਪੁੱਛਿਆ, ਯਾਰ ਇਹ ਬੰਦਾ ਕੌਣ ਹੈ ਤੁਹਾਡੇ? ਇਹ ਨਿਹੰਗ ਸਿੰਘ। ਕਹਿੰਦੇ ਯਾਰ ਇਹ ਨਿਹੰਗ ਸਿੰਘ ਤਾਂ ਇਹ ਸਾਡੇ ਨਾ ਮਤਲਬ ਜੇਈ ਹੈ, ਇੰਜੀਨੀਅਰ ਹੈ। ਮੈਂ ਕਿਹਾ ਅੱਛਾ, ਅਤੇ ਇਹ ਵੀ ਇੱਦਾਂ ਤਾਂ ਫਿਰ ਆਪਣੇ ਵਰਗੇ ਕੱਪੜੇ ਨਹੀਂ ਪਾਉਂਦਾ? ਕਹਿੰਦੇ ਨਹੀਂ, ਇਹਨੂੰ ਪਰਮਾਤਮਾ ਦਾ ਰੰਗ ਚੜ੍ਹ ਗਿਆ, ਗੁਰੂ ਦੀ ਸਿੱਖੀ ਦਾ ਰੰਗ ਚੜ੍ਹ ਗਿਆ, ਇਹ ਬਸ ਇਹੀ ਪਹਿਰਾਵਾ ਪਾ ਕੇ ਰੱਖਦਾ। ਅੱਛਾ। ਫਿਰ ਉਹਨੇ ਉਹਦੀ ਗੱਲ ਸੁਣਾਈ। ਕਹਿੰਦੇ ਇਹ ਐਸਾ ਚੜ੍ਹਦੀ ਕਲਾ ਦਾ ਮਾਲਕ ਹੈ, ਇੱਕ ਵਾਰੀ ਇਸ ਨੂੰ ਟਾਈਫਾਈਡ ਹੋ ਗਿਆ। ਇਹ 2-2.5 ਮਹੀਨੇ ਮੰਜੇ 'ਤੇ ਪਿਆ ਰਿਹਾ। ਇੱਕ ਤਾਂ ਪਹਿਲੀ ਪਤਲਾ ਹੈ, ਇੱਕ ਟਾਈਫਾਈਡ ਨੇ ਇਹਦਾ ਤਨ ਇੰਨਾ ਕੁ ਨਿਤਾਣਾ ਕਰਤਾ, ਇਹ ਮੰਜੇ 'ਤੇ ਪਿਆ, ਦਿਸੇ ਨਹੀਂ ਰਿਹਾ। ਅਸੀਂ ਇਹਦੇ ਘਰ ਪਤਾ ਲੈਣ ਚਲੇ ਗਏ। ਪਤਾ ਲੈਣ ਚਲੇ ਗਿਆ ਤਾਂ ਦੇਖਿਆ ਰਣਧੀਰ ਸਿੰਘ ਤਾਂ ਉਹ ਕੰਬਲ 'ਚ ਪਿਆ, ਨਜ਼ਰੇ ਨਾ ਆਵੇ। ਜਦੋਂ ਅਸੀਂ ਗਏ, ਇਹਦਾ ਹੌਲੀ ਹੌਲੀ ਬੋਲਦਾ ਸੀ। ਅਸੀਂ ਗੱਲਾਂ ਬਾਤਾਂ ਕਰਕੇ, ਸਾਡੇ ਇੱਕ ਦੋਸਤ ਨੇ ਕਿਤੇ ਇਹ ਕਹਿਤਾ ਵੀ ਰਣਧੀਰ ਸਿੰਘ ਤੂੰ ਤਾਂ ਯਾਰ ਬੜਾ ਪਾਠ ਪੂਜਾ ਕਰਨ ਵਾਲਾ ਬੰਦਾ ਹੈ, ਤੇਰੇ ਨਾਲ ਬੜੀ ਮਾੜੀ ਕੀਤੀ ਗੁਰੂ ਨੇ, ਰੱਬ ਨੇ ਬੜੀ ਮਾੜੀ ਕੀਤੀ। ਕਹਿੰਦੇ ਉਹ ਬੰਦਾ ਜਿਹਨੂੰ ਫੜ ਕੇ ਬੈਠਾ ਕਰਦੇ ਸੀ ਨਾ, ਉਹਨੇ ਕਹਿੰਦੇ ਉਹ ਮੰਜੇ ਦੀਆਂ ਬਾਹੀਆਂ ਫੜੀਆਂ ਤੇ ਬੈਠਾ ਹੋ ਗਿਆ ਆਪਣੇ ਆਪ। ਇੰਨਾ ਜੋਸ਼ ਉਹਦੇ ਵਿੱਚ ਆਇਆ। ਕਹਿੰਦੇ ਬੜੇ ਜੋਸ਼ ਦੇ ਵਿੱਚ, ਜਿਹਦੀ ਆਵਾਜ਼ ਮਸਾਂ ਨਿਕਲਦੀ ਸੀ, ਉਹਦੀ ਆਵਾਜ਼ ਦੇ ਵਿੱਚ ਕੋਈ ਜੋਸ਼ ਸੀ। ਉਹ ਕਹਿੰਦਾ ਪ੍ਰਮਾਤਮਾ ਨੇ, ਗੁਰੂ ਨੇ ਮੇਰੇ ਨਾਲ ਕੀ ਮਾੜਾ ਕੀਤਾ ਦੱਸ? ਹੋ ਸਕਦਾ ਇਸ ਸਮੇਂ ਦੌਰਾਨ ਮੈਂ ਕੋਈ ਕਤਲ ਕਰ ਦਿੰਦਾ, ਹੋ ਸਕਦਾ ਇਸ ਸਮੇਂ ਦੌਰਾਨ ਮੈਂ ਕੋਈ ਬਲਾਤਕਾਰ ਕਰ ਬਹਿੰਦਾ, ਹੋ ਸਕਦਾ ਇਸ ਸਮੇਂ ਦੌਰਾਨ ਮੈਂ ਕੋਈ ਚੋਰੀ ਡਾਕਾ, ਕੋਈ ਐਸਾ ਕਲੰਕ ਖੱਟ ਬੈਠਦਾ। ਪਰਮਾਤਮਾ ਨੇ ਮੈਨੂੰ ਉਸ ਤੋਂ ਬਚਾਉਣ ਵਾਸਤੇ ਮੰਜੇ 'ਤੇ ਪਾਤਾ। ਆਹ ਮੇਰੀ ਭੈਣ, ਉਦੋਂ ਉਹ ਕੁਆਰਾ ਸੀ, ਆਹ ਮੇਰੀ ਭੈਣ, ਆਹ ਮੇਰੀ ਮਾਂ, ਆਹ ਮੇਰਾ ਬਾਪ ਮੇਰੀ ਸੇਵਾ 'ਤੇ ਲਾਏ ਹੋਏ ਨੇ। ਬੈਠੇ ਨੂੰ ਮੈਨੂੰ ਭੋਜਨ ਕਰਾਉਂਦੇ ਨੇ, ਬੈਠੇ ਨੂੰ ਮੈਨੂੰ ਦਵਾਈਆਂ ਦਿੰਦੇ ਨੇ, ਮੇਰੀਆਂ ਲੱਤਾਂ ਦੱਬਦੇ ਨੇ, ਮੇਰੇ ਮੋਢੇ ਘੁੱਟਦੇ ਨੇ, ਮੇਰਾ ਸਿਰ ਘੁੱਟਦੇ ਨੇ, ਮੇਰਾ ਉਹੜ ਪੋਹੜ ਕਰਦੇ ਨੇ। ਦੱਸੋ ਪਰਮਾਤਮਾ ਨੇ ਕੀ ਮਾੜਾ ਕੀਤਾ? ਪਹਿਲਾਂ ਮੈਂ ਕਮਾ ਕੇ ਖਾਂਦਾ ਸੀ, ਹੁਣ ਮੈਨੂੰ ਬੈਠੇ ਨੂੰ ਮਿਲ ਰਿਹਾ। ਕਹਿੰਦਾ ਅਸੀਂ ਨਾ ਉਹਦੀਆਂ ਗੱਲਾਂ ਸੁਣ ਕੇ ਡਰ ਗਏ। ਅਸੀਂ ਮਾਫੀ ਮੰਗੀ, ਸੌਰੀ ਰਣਧੀਰ ਸਿੰਘ ਸੌਰੀ, ਸਾਥੋਂ ਇਹ ਗੱਲ ਸੁਭਾਵਿਕ ਕਹੀ ਗਈ, ਸਾਨੂੰ ਮੁਆਫ ਕਰ। ਬਾਕੀ ਗੁਰੂ ਨੇ ਠੀਕ। ਇਹ ਆ ਸਾਧ ਸੰਗਤ ਜੀ ਪਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਦੀ ਗੱਲ। ਦੂਸਰੀ ਘਟਨਾ ਇਹ ਹੈ ਕਿ ਇੱਕ ਮਾਈ ਸੀ, ਉਹ ਅੱਖਾਂ ਤੋਂ ਅੰਨੀ ਵੀ ਸੀ ਅਤੇ ਕੰਨਾਂ ਤੋਂ ਬੋਲੀ ਵੀ ਸੀ। ਉਹਦੇ ਇੱਕੋ ਹੀ ਮੁੰਡਾ ਸੀ। ਉਹ ਮੁੰਡਾ ਭੇਡਾਂ ਬੱਕਰੀਆਂ ਗਊਆਂ ਚਾਰਦਾ ਸੀ। ਇਹੀ ਉਹਨਾਂ ਦੀ ਰੋਜੀ ਦਾ ਵਸੀਲਾ ਸੀ। ਉਹ ਮੁੰਡਾ ਇੱਕ ਦਿਨ ਜੰਗਲ ਦੇ ਵਿੱਚ ਗਿਆ ਅਤੇ ਸ਼ੇਰ ਨੇ ਝਪਟਾ ਮਾਰਿਆ। ਉਹਨੇ ਸ਼ੇਰ ਨੂੰ ਖਾ ਗਿਆ। ਸ਼ੇਰ ਨੇ ਜਿੰਨਾ ਕੁ ਖਾਣਾ ਸੀ ਉਹਨੂੰ ਖਾ ਲਿਆ। ਬਾਕੀ ਥੋੜ੍ਹਾ ਬਹੁਤਾ ਉਹਦਾ ਸਿਰ ਬਾਹਾਂ ਬਚੀਆਂ, ਉਹ ਪਿਆ ਉੱਥੇ। ਕੋਈ ਬੰਦਾ ਜੰਗਲ 'ਚ ਗਿਆ, ਉਹਨੇ ਦੇਖਿਆ ਜਿਹੜਾ ਯਾਰ ਸਾਡੇ ਪਿੰਡ ਦਾ ਫਲਾਣਾ ਬੰਦਾ ਹੈ। ਉਹਨੇ ਉਹਦੀ ਮਾਂ ਦੇ ਕੰਨਾਂ 'ਚ ਬੜੀ ਉੱਚੀ ਉੱਚੀ ਬੋਲ ਕੇ ਦੱਸਿਆ ਕਿ ਮਾਈ ਤੇਰੇ ਮੁੰਡੇ ਨੂੰ ਤਾਂ ਸ਼ੇਰ ਖਾ ਗਿਆ। ਇਹ ਗਾਈਆਂ ਬੱਕਰੀਆਂ ਤਾਂ ਤੇਰੀਆਂ ਆਪਣੇ ਆਪ ਘਰੇ ਆ ਗਈਆਂ, ਕਿਉਂਕਿ ਪਸ਼ੂ ਨਾ ਸ਼ਾਮਾਂ ਨੂੰ ਆਪਣੇ ਆਪੇ ਘਰੇ ਆ ਜਾਂਦੇ ਨੇ। ਇਹ ਤਾਂ ਆਪਣੇ ਆਪ ਘਰੇ ਆ ਗਈਆਂ, ਤੇਰੇ ਮੁੰਡੇ ਨੂੰ ਤਾਂ ਸ਼ੇਰ ਮਾਰ ਕੇ ਖਾ ਗਿਆ। ਮਾਈ ਤੇਰੇ ਨਾਲ ਬੜਾ ਜ਼ੁਲਮ ਕੀਤਾ ਰੱਬ ਨੇ। ਉਹ ਕਹਿੰਦੀ ਕੋਈ ਮਾੜਾ ਨਹੀਂ ਕੀਤਾ, ਇਹ ਮੇਰੀਆਂ ਅੱਖਾਂ ਇਸ ਕਰਕੇ ਲੈ ਲਈਆਂ ਪਰਮਾਤਮਾ ਨੇ, ਮੈਂ ਦੁਨੀਆ ਦੇ ਰੰਗ ਤਮਾਸ਼ੇ ਦੇਖਦੀ ਸੀ, ਮੇਰਾ ਮਨ ਵਿਚਲਿਤ ਹੁੰਦਾ ਸੀ ਉਹਨਾਂ ਨੂੰ ਦੇਖ ਕੇ, ਮੇਰਾ ਮਨ ਭਟਕਦਾ ਸੀ। ਮੇਰੇ ਮਨ ਨੂੰ ਭਟਕਣ ਤੋਂ ਰੋਕਣ ਵਾਸਤੇ ਪਰਮਾਤਮਾ ਨੇ ਮੇਰੀ ਨਿਗਾਹ ਖੋਲੀ। ਚੰਗਾ ਕੀਤਾ ਉਹਨੇ, ਵਧੀਆ ਕੀਤਾ, ਮੇਰਾ ਮਨ ਟਿਕ ਗਿਆ, ਮੇਰਾ ਮਨ ਸਕੂਨ 'ਚ ਆ ਗਿਆ। ਸਾਧ ਸੰਗਤ ਜੀ ਸੈਕੋ ਵੀ ਇਸ ਗੱਲ ਨੂੰ ਕਹਿੰਦੀ ਹੈ ਕਿ ਸਾਡੀ 83% ਸ਼ਕਤੀ ਅੱਖਾਂ ਦੇ ਰਾਹੀਂ ਨਸ਼ਟ ਹੁੰਦੀ ਹੈ, 13% ਸਾਡੀ ਕੰਨਾਂ ਦੇ ਰਾਹੀਂ ਨਸ਼ਟ ਹੁੰਦੀ ਹੈ। 84% ਅੱਖਾਂ ਦੇ ਰਾਹੀਂ ਹੋ ਗਈ, 13% ਕੰਨਾਂ ਦੇ ਰਾਹੀਂ ਹੋ ਗਈ, ਫਿਰ 1% ਛੋਹ ਕੇ, 1% ਸੁੰਘ ਕੇ, ਅਤੇ ਇਹ ਮਤਲਬ 1% ਹੈ ਜਿਹੜੀ ਸਾਡੀ ਉਹ ਜਿਹੜਾ
ਕੁਛ ਹੋਰ ਇਸ ਤਰ੍ਹਾਂ ਸਾਡੀ 100% ਸ਼ਕਤੀ ਨਸ਼ਟ ਹੁੰਦੀ ਆ। ਉਹ ਕਹਿੰਦੀ ਫਿਰ ਕਹਿੰਦੇ ਮਾਤਾ ਤੇਰੇ ਕੰਨਾਂ ਦੀ ਸ਼ਕਤੀ ਖੋਲੀ। ਉਹ ਕਹਿੰਦੀ ਸੁੰਗਾ ਵਧੀਆ, ਮੈਂ ਹੁਣ ਚੁਗਲੀ ਨਹੀਂ ਸੁਣਦੀ, ਨਿੰਦਿਆ ਨਹੀਂ ਸੁਣਦੀ, ਕੋਈ ਮੇਰੇ ਕੋਲੇ ਆ ਕੇ ਜਨਾਨੀਆਂ ਬੈਠ ਕੇ ਨਿੰਦਿਆ ਚੁਗਲੀ ਨਹੀਂ ਕਰਦੀਆਂ, ਮੈਂ ਉਹ ਪਾਪ ਤੋਂ ਵੀ ਬਚ ਗਈ। ਮੇਰੇ ਸਤਿਗੁਰੂ ਨੇ ਮੈਨੂੰ ਪਾਪਾਂ ਤੋਂ ਬਚਾਉਣ ਵਾਸਤੇ ਮੈਨੂੰ ਇਹ ਅੰਨੀ ਤੇ ਬੋਲੀ ਬਣਾਤਾ, ਚੰਗਾ ਕੀਤਾ ਉਹਨੇ। ਫਿਰ ਕਿਹਾ ਮਾਤਾ ਤੇਰਾ ਬੱਚਾ ਸ਼ੇਰ ਨੇ ਮਾਰਤਾ। ਕਹਿੰਦੀ ਇਹ ਵੀ ਵਧੀਆ ਹੋਇਆ, ਕਿਉਂਕਿ ਜੋ ਜੰਮੇ ਉਹਨੇ ਮਰਨਾ ਹੀ ਮਰਨਾ। ਜੇ ਉਹ ਬਿਮਾਰ ਹੋ ਕੇ ਮਰ ਜਾਂਦਾ ਮੈਂ ਉਹਨੂੰ ਦਵਾਈ ਕਿੱਥੋਂ ਦਵਾਉਂਦੀ, ਮੈਂ ਕਿਹਦੇ ਹਾੜੇ ਕੱਢਦੀ, ਉਹਦੇ ਲਈ ਕੱਫਣ ਦਾ ਪ੍ਰਬੰਧ ਕਰਦੀ, ਉਹਦੇ ਲਈ ਲੱਕੜਾਂ ਦਾ ਪ੍ਰਬੰਧ ਕਰਦੀ, ਮੇਰੇ ਕੋਲ ਤਾਂ ਪੈਸਾ ਧੇਲੀ ਕੋਈ ਨਹੀਂ ਹੈ। ਹੁਣ ਸ਼ੇਰ ਨੇ ਖਾ ਲਿਆ, ਉਹਦੀ ਇਹ ਅੰਤਮ ਕਿਰਿਆ ਦਾ ਵੀ ਕੋਈ ਮੈਨੂੰ ਫਿਕਰ ਨਹੀਂ ਰਿਹਾ। ਕੋਈ ਨਹੀਂ, ਜਿਵੇਂ ਪ੍ਰਮਾਤਮਾ ਨੇ ਮੇਰੇ ਭਾਗਾਂ 'ਚ ਲਿਖਿਆ ਉਸ ਤਰ੍ਹਾਂ ਮੇਰੇ ਨਾਲ ਹੋ ਜਾਣਾ। ਇਹ ਸਾਧ ਸੰਗ ਜੀ ਇਹ ਹੈ ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ, ਇਹ ਹੈ ਉਹਦੀ ਆਗਿਆ ਨੂੰ ਮੰਨਣਾ। ਜਿੱਦੇ ਅਸੀਂ ਉਹਦੀ ਇਸ ਆਗਿਆ ਨੂੰ ਮੰਨ ਲਏ, ਸਮਝ ਲਿਆ ਇਹ ਹਰੀ ਦੀ ਸੇਵਾ ਹੋ ਗਈ ਅਤੇ ਇਹ 4 ਪਦਾਰਥ ਸਾਨੂੰ ਸੁਤੇ ਸਿੱਧ ਮਿਲ ਜਾਣੇ ਨੇ। ਪਾਰ ਜਾਤ ਜਪ ਅਲਖ ਅਭੇਵਾ। ਅਲਖ ਹੁੰਦਾ ਜਿਹੜਾ ਲਖਤਾ ਤੋਂ ਰਹਿਤ ਹੋਵੇ, ਇਹਨੂੰ ਅਲਖ ਨਹੀਂ ਪੜ੍ਹਨਾ, ਲੱਲੇ ਤੇ ਅਧਕ ਨਹੀਂ ਲਾਉਣੀ। ਫਿਰ ਤਾਂ ਇਹ ਜਿਹੜਾ ਲੱਖ ਭਾਵ ਜਿਹੜਾ ਗਿਣਤੀ ਵਾਚਕ ਸ਼ਬਦ ਹੈ ਲੱਖ, ਉਹਦਾ ਉਲਟ ਹੋ ਜਾਏਗਾ, ਵਿਰੋਧੀ ਹੋ ਜਾਏਗਾ। ਅਲਖ, ਅਲਖ ਭਾਵ ਜਿਹੜਾ ਦਿਸਦਾ ਨਹੀਂ, ਦ੍ਰਿਸ਼ਟਮਾਨ ਨਹੀਂ ਹੈ ਜਿਹੜਾ, ਉਹ ਅਦ੍ਰਿਸ਼ਟਮਾਨ ਭੇਦ ਤੋਂ ਰਹਿਤ ਪਰਮਾਤਮਾ ਨੂੰ ਜਪਣਾ। ਇਹ ਸਮਝ ਲਓ ਵੀ ਸਵਰਗ ਦਾ ਰੁੱਖ ਪਾਰ ਜਾਤ ਉਹਨੂੰ ਪ੍ਰਾਪਤ ਕਰ ਲੈਣਾ। ਪਾਰ ਜਾਤ ਰੁੱਖ ਬਾਰੇ ਇਹ ਕਿਹਾ ਗਿਆ ਹੈ ਜਿਹੜਾ ਪਾਰ ਜਾਤ ਕੋਲ ਖੜ ਕੇ ਮੰਗੀਏ ਉਹੀ ਪ੍ਰਾਪਤ ਹੋ ਜਾਂਦਾ। ਭਾਵ ਪਰਮਾਤਮਾ ਦਾ ਨਾਮ ਹੀ ਪਾਰ ਜਾਤ ਰੁੱਖ ਹੈ। ਕਾਮ ਕ੍ਰੋਧ ਕਿਲ ਵਿਖ ਗੁਰ ਕਾਟੇ, ਪੂਰਨ ਹੋਈ ਆਸਾ ਜੀਓ। ਗੁਰੂ ਨੇ ਕਾਮ ਕ੍ਰੋਧ ਆਦਿਕ ਪਾਪ ਸਾਰੇ ਕੱਟ ਦਿੱਤੇ ਅਤੇ ਪਰਮਾਤਮਾ ਦੇ ਮਿਲਾਪ ਦੀ ਆਸਾ ਮੇਰੀ ਪੂਰਨ ਹੋ ਗਈ। ਹੁਣ ਬਾਕੀ ਕੋਈ ਆਸ ਹੀ ਨਹੀਂ ਬਚੀ, ਪੂਰਨ ਆਸ ਹੋ ਗਈ। ਜਿਵੇਂ ਗੰਗਾ ਜਾਂਦੀ ਹੈ ਸਾਧ ਸੰਗਤ ਜੀ, ਸਤਲੁਜ ਜਾਂਦਾ ਹੈ, ਰਾਵੀ ਜਾਂਦੀ ਹੈ, ਝਨਾਹ ਜਾਂਦਾ ਹੈ, ਬ੍ਰਹਮਪੁੱਤਰ ਜਾਂਦਾ ਹੈ। ਰਸਤੇ ਦੇ ਵਿੱਚ ਜਦੋਂ ਉਹ ਸਾਗਰ ਦੇ ਵਿੱਚ ਪੈ ਜਾਂਦੇ ਨੇ ਤਾਂ ਉਹਨਾਂ ਦੀ ਵਾਟ ਖਤਮ ਹੋ ਜਾਂਦੀ ਹੈ, ਉਹਨਾਂ ਦੀ ਮੰਜ਼ਿਲ 'ਤੇ ਪਹੁੰਚ ਗਏ, ਉਹਨਾਂ ਦੀ ਯਾਤਰਾ ਖਤਮ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿੰਨੀ ਦੇਰ ਅਸੀਂ ਜੀਵਨ ਦੇ ਵਿੱਚ ਹਾਂ ਸਾਡੀ ਕੋਈ ਨਾ ਕੋਈ ਆਸ ਖੜੀ ਰਹਿੰਦੀ ਹੈ। ਜਿੱਦੇ ਪਰਮਾਤਮਾ ਦੇ ਵਿੱਚ ਮਿਲ ਗਏ ਉਹਦੇ ਸਾਡੀ ਕੋਈ ਆਸ ਹੀ ਨਹੀਂ ਰਹੇਗੀ। ਇਹ ਪੂਰੇ ਗੁਰੂ ਦੀ ਕਿਰਪਾ ਨਾਲੇ ਹੋਣਾ। ਉਹਨੇ ਕਾਮ ਕ੍ਰੋਧ ਆਦਿਕ ਪਾਪਾਂ ਨੂੰ ਕੱਟ ਦੇਣਾ, ਫਿਰ ਪਰਮਾਤਮਾ ਨਾਲ ਮਿਲਾਪ ਹੋ ਜਾਣਾ। ਇਹ ਪੂਰੇ ਗੁਰੂ ਦੀ ਕਿਰਪਾ ਨਾਲੇ ਹੋਣਾ। ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਹੀ ਇਹੀ ਹੈ ਕਿ ਇੱਕ ਓੰਕਾਰ ਸਤਿਗੁਰ ਪ੍ਰਸਾਦ। ਜਿਹੜਾ ਪਰਮਾਤਮਾ ਨਿਰਗੁਣ ਵੀ ਹੈ, ਜਿਹੜਾ ਪਰਮਾਤਮਾ ਸਰਗੁਣ ਵੀ ਹੈ, ਉਹ ਕੇਵਲ ਤੇ ਕੇਵਲ ਗੁਰੂ ਦੀ ਕਿਰਪਾ ਦੁਆਰਾ ਹੀ ਪ੍ਰਾਪਤ ਹੋ ਸਕਦਾ ਹੈ। ਹੋਰ ਕੋਈ ਦੂਸਰਾ ਤਰੀਕਾ ਉਹਨੂੰ ਪ੍ਰਾਪਤ ਕਰਨ ਦਾ ਨਹੀਂ ਹੈ। ਪੂਰਨ ਭਾਗ ਭਏ ਜਿਸ ਪ੍ਰਾਣੀ, ਸਾਰ ਸੰਗ ਮਿਲੇ ਸਾਰੰਗ ਪਾਣੀ। ਨਾਨਕ ਨਾਮ ਬਸਿਆ ਰਿਦ ਅੰਤਰ, ਪ੍ਰਵਾਣ ਗ੍ਰਸਤ ਉਦਾਸਾ ਜੀਓ। ਕਹਿੰਦੇ ਜਿਸ ਬੰਦੇ ਦੇ ਪੂਰਨ ਭਾਗ ਪੂਰੇ ਹੋ ਗਏ, ਭਾਵ ਸਾਧ ਸੰਗਤ ਜੀ ਇੱਕ ਹੱਦ ਹੈ ਪਰਮਾਤਮਾ ਨੂੰ ਮਿਲਣ ਦੀ। ਜਿਵੇਂ ਪਾਣੀ ਨੂੰ ਉਬਲਣ ਵਾਸਤੇ ਇਹ ਜ਼ਰੂਰੀ ਹੈ ਕਿ ਉਸ ਨੂੰ 100 ਡਿਗਰੀ ਸੈਂਟੀਗ੍ਰੇਡ 'ਤੇ ਉਬਾਲਿਆ ਜਾਵੇ। ਜੇ ਅਸੀਂ ਉਸ ਨੂੰ 100 ਡਿਗਰੀ 'ਤੇ ਨਹੀਂ ਉਬਾਲਦੇ ਤਾਂ ਉਹ ਭਾਫ਼ ਨਹੀਂ ਬਣੇਗਾ। ਪਾਣੀ ਨੂੰ ਜਮਾਉਣ ਵਾਸਤੇ ਇੱਕ ਸ਼ਰਤ ਹੈ ਕਿ ਉਸ ਨੂੰ 0 ਡਿਗਰੀ 'ਤੇ ਉਹਨੂੰ ਲਿਆਂਦਾ ਜਾਵੇ। ਫਿਰ ਜਦੋਂ 0 ਡਿਗਰੀ 'ਤੇ ਆ ਗਿਆ ਉਹਨੇ ਬਰਫ਼ ਬਣ ਜਾਣੀ ਹੈ, ਬਰਫ਼ 'ਚ ਤਬਦੀਲ ਹੋ ਜਾਣਾ। ਇਸੇ ਤਰ੍ਹਾਂ ਪਰਮਾਤਮਾ ਨੇ ਇੱਕ ਹੱਦ ਬੰਨਾ ਗਿਣਿਆ ਗਿਆ ਕਿ ਭਾਈ ਤੇਰੀ ਭਗਤੀ ਜਦੋਂ ਇੱਥੋਂ ਤੱਕ ਪਹੁੰਚ ਗਈ ਤਾਂ ਮੈਂ ਤੈਨੂੰ ਮਿਲ ਲਵਾਂਗਾ, ਤੈਨੂੰ ਪ੍ਰਾਪਤ ਹੋ ਜਾਵਾਂਗਾ। ਹੁਣ ਮਹਾਰਾਜ ਜੀ ਕਹਿੰਦੇ ਜਿਹਦੇ ਪੂਰੇ ਭਾਗ ਹੋ ਗਏ, ਭਾਵ ਜਿਹਦੀ ਪੂਰੀ ਭਗਤੀ ਹੋ ਗਈ, ਜਿਹਦੀ ਪੂਰਨ ਸ਼ੁਭ ਕਰਮ ਹੋ ਗਏ ਪ੍ਰਾਣ, ਜਿਸ ਬੰਦੇ ਦੇ, ਉਸ ਨੂੰ ਸਾਧ ਸੰਗ ਮਿਲੇ ਸਾਰੰਗ ਪਾਣੀ। ਸਾਰੰਗ ਪਾਣੀ ਪਰਮਾਤਮਾ ਨੂੰ ਕਹਿੰਦੇ ਨੇ। ਫਿਰ ਉਸ ਨੂੰ ਸਾਧ ਸੰਗਤ ਦੇ ਰਾਹੀਂ ਪਰਮਾਤਮਾ ਜੀ ਮਿਲ ਪਾਉਂਦੇ ਨੇ, ਕਿਉਂਕਿ ਸਾਧ ਸੰਗਤ ਪਰਮਾਤਮਾ ਦਾ ਅੰਚਲ ਹੈ, ਪਰਮਾਤਮਾ ਦਾ ਪੱਲਾ ਹੈ। ਜਿਹੜੇ ਜੀਵ ਨੇ ਸਾਧ ਸੰਗਤ ਰੂਪੀ ਪੱਲਾ ਫੜ ਲਿਆ ਉਹਨੇ ਤਾਂ ਉਸ ਦੀ ਪ੍ਰਾਪਤੀ ਕਰਨੀਓ ਕਰਨੀਆਂ, ਮਿਲਣਾ ਹੀ ਮਿਲਣਾ, ਉਹ ਤਾਂ ਮਿਲਣਾ ਹੀ ਮਿਲਣਾ। ਫਿਰ ਜਿਹਦੇ ਪੂਰੇ ਭਾਗ ਹੋ ਗਏ ਉਹ ਸਾਧ ਸੰਗਤ ਦੇ ਰਾਹੀਂ ਪਰਮਾਤਮਾ ਨੂੰ ਮਿਲ ਪੈਂਦੇ ਨੇ। ਨਾਨਕ ਨਾਮ ਬਸਿਆ ਜਿਸ ਅੰਤਰ, ਪ੍ਰਵਾਣ ਗ੍ਰਸਤ ਉਦਾਸਾ ਜੀਓ। ਹੇ ਨਾਨਕ, ਜਿਹਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ ਨਾ, ਉਸ ਦਾ ਤਾਂ ਗ੍ਰਸਤੀ ਜੀਵਨ ਵੀ ਤੇ ਇਹ ਬਰਕਤ ਜੀਵਨ, ਉਦਾਸੀ ਜੀਵਨ, ਜੰਗਲਾਂ 'ਚ ਰਹਿਣ ਵਾਲਾ ਜੀਵਨ ਵੀ ਪ੍ਰਵਾਨ ਹੈ। ਇਹ ਜ਼ਰੂਰੀ ਨਹੀਂ ਗੁਰਮਤਿ ਦੇ ਵਿੱਚ ਕਿ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ
ਅਤੀਤ ਰਹਿਣਾ ਪਊਗਾ ਜਾਂ ਮਤਲਬ ਇਹ ਜੰਗਲਾਂ 'ਚ ਜਾਣਾ ਪਊਗਾ। ਨਹੀਂ, ਜਦੋਂ ਅਸੀਂ ਪਰਮਾਤਮਾ ਨੂੰ ਹਿਰਦੇ 'ਚ ਵਸਾਉਣਾ, ਚਾਹੇ ਫਿਰ ਅਸੀਂ ਇਹ ਗ੍ਰਸਤੀ ਹੋਈਏ, ਪਰਿਵਾਰ ਵਾਲੇ ਹੋਈਏ ਜਾਂ ਅਸੀਂ ਬਰਕਤ ਹੋਈਏ, ਫਿਰ ਸਾਡੀਆਂ ਦੋਨੇ ਚੀਜ਼ਾਂ, ਦੋਨੇ ਅਵਸਥਾਵਾਂ ਪ੍ਰਵਾਨ ਨੇ। ਜੇ ਨਾਮ ਨਹੀਂ ਵਸਿਆ ਸਾਧ ਸੰਗਤ ਜੀ, ਕੱਲਾ ਚੋਲਾ ਪਾ ਕੇ ਜੰਗਲਾਂ 'ਚ ਘੁੰਮਦਾ ਰਿਹਾ, ਫਿਰ ਉਹਦਾ ਉਹ ਉਦਾਸੀ ਜੀਵਨ ਵੀ ਪ੍ਰਵਾਨ ਨਹੀਂ ਹੈ। ਪਰਮਾਤਮਾ ਪ੍ਰਵਾਨ ਹੋਣ ਵਾਸਤੇ ਪਰਮਾਤਮਾ ਦੇ ਦਰਬਾਰ ਦੇ ਵਿੱਚ ਉਸ ਦੇ ਨਾਮ ਨੂੰ ਹਿਰਦੇ ਵਿੱਚ ਵਸਾਉਣਾ ਅਤੀ ਜ਼ਰੂਰੀ ਹੈ। ਉਹ ਗੁਰੂ ਦੀ ਕਿਰਪਾ ਨਾਲ ਵਸਦਾ। ਗੁਰੂ ਦੀ ਕਿਰਪਾ ਉਹਦੇ ਅੱਗੇ ਹਾੜੇ ਕੱਢ ਕੇ ਗੁਰੂ ਦੇ ਮੁਤਾਬਕ ਚੱਲ ਕੇ ਫਿਰ ਪ੍ਰਾਪਤ ਹੁੰਦੀ ਹੈ। ਅੱਗੇ ਗਰੀਬ ਨਵਾਜ ਫਰਮਾਉਂਦੇ ਨੇ, ਮਾਝ ਮਹਿਲਾ ਪੰਜਵਾਂ, ਸਿਮਰਤ ਨਾਮ ਹਿਰਦੈ ਸੁਖ ਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ, ਸੰਤ ਸੰਗ ਮਿਲ ਹਰ ਹਰ ਜਪਿਆ, ਬਿਨਸੇ ਆਲਸ ਰੋਗਾ ਜੀਓ, ਜਾ ਕੈ ਗ੍ਰਹਿ ਨਾਮ ਨਿਧ ਹਰ ਭਾਈ, ਤਿਸ ਮਿਲਿਆ ਜਿਸ ਪੁਰਬ ਕਮਾਈ, ਗਿਆਨ ਧਿਆਨ ਪੂਰਨ ਪਰਮੇਸ਼ਵਰ, ਪ੍ਰਭ ਸਭਨਾ ਗੱਲਾਂ ਜੋਗਾ ਜੀਓ। ਇਹਨੂੰ ਗੱਲਾਂ ਪੜ੍ਹਨਾ, ਗੱਲਾਂ ਗੱਗੇ ਤੇ ਆਦਿਕ ਲੱਲੇ ਨੂੰ ਕਰਨਾ ਬਿੰਦੀ। ਇਹ ਪਰਮੇਸ਼ਵਰ ਆਪਾਂ ਤਾਂ ਪੜ੍ਹਿਆ ਸੱਸੇ ਨੂੰ ਔਂਕੜ ਹੈ। ਜੇ ਇਹੀ ਔਂਕੜ ਰਾਰੇ ਨੂੰ ਹੁੰਦੀ ਫਿਰ ਆਪਾਂ ਇਹਨੂੰ ਪੜ੍ਹਦੇ ਪਰਮੇਸ਼ਰ, ਕਿਉਂਕਿ ਹਿੰਦੀ ਦੇ ਵਿੱਚ ਇਹ ਵਾਵਾ ਪਾਇਆ ਹੁੰਦਾ। ਉਹ ਵਾਵਾ ਜਦੋਂ ਗੁਰਮੁਖੀ ਦੇ ਵਿੱਚ ਇਹ ਲਿਪੀ ਅੰਤਰ ਹੁੰਦਾ ਹੈ, ਉਦੋਂ ਉਹ ਵਾਵਾ ਔਂਕੜ ਦੇ ਵਿੱਚ ਕਨਵਰਟ ਹੋ ਜਾਂਦਾ। ਜਦੋਂ ਸੱਸੇ ਨੂੰ ਔਂਕੜ ਹੋਵੇ ਤਾਂ ਇਹਨੂੰ ਪੜ੍ਹਨਾ ਪਰਮੇਸ਼ਵਰ, ਜੇ ਇਹ ਔਂਕੜ ਨਾ ਹੋਵੇ ਫਿਰ ਇਹਨੂੰ ਪੜ੍ਹਨਾ ਪਰਮੇਸ਼ਰ। ਗਿਆਨ ਧਿਆਨ ਪੂਰਨ ਪਰਮੇਸ਼ਵਰ, ਪ੍ਰਭ ਸਭਨਾ ਗੱਲਾਂ ਜੋਗਾ ਜੀਓ, ਖਿਨ ਮੈਂ ਥਾਪ ਉਥਾਪਣ ਹਾਰਾ, ਆਪ ਅਕੰਤੀ ਆਪ ਪਸਾਰਾ, ਲੇਪ ਨਹੀਂ ਜਗ ਜੀਵਨ ਦਾਤੇ, ਦਰਸ਼ਨ ਡਿਠੇ ਲਹਿਣ ਵਿਜੋਗਾ ਜੀਓ, ਅੰਚਲ ਲਾਏ ਸਭ ਸਿਸ਼ਟ ਤਰਾਈ, ਆਪਣਾ ਨਾਉ ਆਪ ਜਪਾਈ, ਗੁਰ ਬੋਹਿਥ ਪਾਇਆ ਕਿਰਪਾ ਤੇ, ਨਾਨਕ ਧੁਰ ਸੰਜੋਗਾ ਜੀਓ। ਗਰੀਬ ਨਵਾਜ਼ ਸਤਿਗੁਰੂ ਫਰਮਾਉਂਦੇ ਨੇ, ਕਹਿੰਦੇ ਜਿਨ੍ਹਾਂ ਭਗਤਾਂ ਨੇ ਪਰਮਾਤਮਾ ਦੇ ਨਾਮ ਨੂੰ ਯਾਦ ਕਰਦਿਆਂ, ਸਿਮਰਤ ਮਣੇ ਯਾਦ ਕਰਨਾ ਹੁੰਦਾ, ਉਹ ਫਿਰ ਉਹਦੇ ਵਿੱਚ ਨਾ ਜੀਭ ਦੇ ਹੱਲਣ ਦੀ ਕੋਈ ਮੁਥਾਜੀ ਨਹੀਂ ਰਹਿੰਦੀ। ਮੂੰਹ ਬੰਦ ਹੈ, ਜੀਭ ਬੰਦ ਹੈ, ਉਹ ਤਾਂ ਯਾਦ ਐਵੇਂ ਆਈ ਜਾਂਦੀ ਹੈ। ਜਿਵੇਂ ਆਪਣਾ ਧੀ ਪੁੱਤ ਕੋਈ ਪਰਦੇਸ ਗਿਆ, ਆਪਾਂ ਉਹਨੂੰ ਕੋਈ ਰਾਮ ਰਾਮ ਕਰਕੇ ਜਾਂ ਸ਼ਾਮ ਸ਼ਾਮ ਕਰਕੇ ਯਾਦ ਨਹੀਂ ਕਰਦੇ, ਕੋਈ ਉਹਨੂੰ ਮੋਹਨ ਸਿੰਘ ਕਰਕੇ ਯਾਦ ਨਹੀਂ ਕਰਦੇ। ਉਹ ਵੈਸੇ ਯਾਦ ਆਈ ਜਾਂਦਾ, ਲੈ ਯਾਰ ਹੁਣ ਉਹ ਕੰਮ 'ਤੇ ਗਿਆ ਹੋਣਾ, ਹੁਣ ਸੌਂ ਗਿਆ ਹੋਣਾ, ਹੁਣ ਉੱਠ ਗਿਆ ਹੋਣਾ, ਹੁਣ ਉਹ ਰੋਟੀ ਬਣਾਉਂਦਾ ਹੋਣਾ, ਆਪਣਾ ਧਿਆਨ ਉਹਦੇ ਵੱਲ ਰਹਿੰਦਾ। ਇਹਨੂੰ ਕਹਿੰਦੇ ਨੇ ਸਿਮਰਨਾ। ਹਿੰਦੀ ਵਾਲੇ ਸਿਮਰਤੀ ਕਹਿੰਦੇ ਨੇ, ਸਮਰਨ ਕਹਿੰਦੇ ਨੇ। ਜਿਹਨੇ ਕਹਿੰਦੇ ਪਰਮਾਤਮਾ ਦਾ ਨਾਮ ਯਾਦ ਕਰ ਕਰਕੇ ਹਿਰਦੇ ਦੇ ਵਿੱਚ ਸਦੀਵੀ ਸੁੱਖ ਪਾ ਲਿਆ, ਜਿਹੜਾ ਮਤਲਬ ਨਾਸ਼ ਰਹਿਤ ਸੁੱਖ ਪਾ ਲਿਆ, ਸ਼੍ਰੋਮਣੀ ਸੁੱਖ ਪਾ ਲਿਆ, ਕਰ ਕਿਰਪਾ ਭਗਤੀ ਪ੍ਰਗਟਾਇਆ। ਫਿਰ ਪਰਮਾਤਮਾ ਨੇ ਇਹੋ ਜਿਹੇ ਸਿਮਰਨ ਕਰਨ ਵਾਲਿਆਂ ਤੇ, ਇਹੋ ਜਿਹੇ ਭਗਤਾਂ ਤੇ ਕਿਰਪਾ ਕਰਕੇ ਆਪਣੇ ਆਪ ਨੂੰ ਪ੍ਰਗਟ ਕੀਤਾ। ਸਾਧ ਸੰਗਤ ਜੀ, ਪਰਮਾਤਮਾ ਨੂੰ ਉਹਦੇ ਭਗਤਾਂ ਨਹੀਂ ਪ੍ਰਗਟ ਕੀਤਾ। ਜੇ ਭਗਤ ਨਾ ਹੁੰਦੇ ਤਾਂ ਸਾਨੂੰ ਕੀ ਗਿਆਨ ਹੋਣਾ ਸੀ ਕਿ ਪਰਮਾਤਮਾ ਨਾਂ ਦੀ ਕੋਈ ਚੀਜ਼ ਵੀ ਹੈ। ਜਿਵੇਂ ਇੱਕ ਭਗਤ ਹੋਇਆ ਨਰਸੀ ਭਗਤ। ਨਰਸੀ ਭਗਤ ਜਦੋਂ ਉਹਦੇ ਇੱਕੋ ਲੜਕੀ ਸੀ, ਕੁਦਰਤੀ ਸਾਧ ਸੰਗਤ ਦੇ ਰਾਹੀਂ ਉਹਨੂੰ ਚੇਟਕ ਲੱਗੀ। ਉਦੋਂ ਰਿਵਾਜ ਸੀ, ਉਹ ਘਰ ਬਾਰ ਤਿਆਗ ਕੇ ਜੰਗਲਾਂ 'ਚ ਚਲਿਆ ਗਿਆ। ਹੁਣ ਪਰਮਾਤਮਾ ਦੀ ਭਜਨ ਬੰਦਗੀ ਕਰਦਾ, ਸਿਮਰਨ ਕਰਦਾ। ਉਹਦੀ ਜਿੱਥੇ ਕੁੜੀ ਵਿਆਹੀ ਹੋਈ ਸੀ, ਅੱਗੇ ਉਹਦੀ ਦੋਤੀ ਦਾ ਵਿਆਹ ਆ ਗਿਆ। ਨਾਨਕ ਸ਼ੱਕ ਭਰਨੀ ਇਹ ਪੰਜਾਬ ਦਾ ਇੱਕ ਸੱਭਿਆਚਾਰ ਹੈ, ਕਲਚਰ ਹੈ। ਹੁਣ ਜਿਹੜੀ ਉਹਦੀ ਕੁੜੀ ਦੀ ਸੱਸ ਸੀ, ਉਹ ਆਪਦੀ ਦੋਤੀ ਨੂੰ ਵੀ ਆਪਣੀ ਨੂੰਹ ਨੂੰ ਵੀ ਤਾਨੇ ਮਾਰਦੀ ਹੈ, ਤੇਰਾ ਬਾਪ ਤਾਂ ਨੰਗ ਮਲੰਗ ਹੈ, ਤੇਰਾ ਬਾਪ ਤਾਂ ਸਾਧ ਬਣਿਆ ਫਿਆ, ਤੇਰੀ ਨਾਨਕ ਸ਼ੱਕ ਕੌਣ ਭਰੂਗਾ, ਫਲਾਣਾ ਕਰੂਗਾ, ਧਮਕਾ ਕਰੂਗਾ, ਬੜਾ ਊਲ ਜਲੂਲ ਬੋਲਦੀ ਹੈ। ਚਲੋ ਉਹ ਕੁੜੀ ਨੇ ਲੱਭ ਲਵਾ ਕੇ ਆਪਣੇ ਬਾਪ ਨੂੰ ਵੀ ਸੱਦਾ ਪੱਤਰ ਭੇਜਿਆ, ਪਿਤਾ ਜੀ ਫਲਾਣੀ ਤਰੀਕ ਨੂੰ ਇਹ ਤੇਰੀ ਦੋਤੀ ਦਾ ਵਿਆਹ ਹੈ, ਤੁਸੀਂ ਦਰਸ਼ਨ ਦੇਣੇ ਨੇ। ਉਹ ਕਹਿੰਦਾ ਠੀਕ ਹੈ ਧੀਏ, ਮੈਂ ਆਊਂਗਾ। ਉਹ ਗਿਆ ਆਪਣੇ ਕੁੜਮਾਂ ਦੇ ਘਰ, ਤਾਂ ਜਾਂਦੀ ਨੇ ਸੱਸ ਨੇ ਕੋਈ ਚਾਹ ਨਹੀਂ ਪੁੱਛਿਆ, ਕੋਈ ਪਾਣੀ ਨਹੀਂ ਪੁੱਛਿਆ, ਕੋਈ ਆਓ ਭਗਤ ਨਹੀਂ ਕਹੀ।
ਉਲਟਾ ਲੱਗ ਗਿਆ, ਆ ਗਿਆ ਨੰਗ ਲੱਡੂ ਜਲੇਬੀਆਂ ਖਾਣ ਦਾ ਮਾਰਾ। ਇਹਨੇ ਕਿਹੜਾ ਕੋਈ ਸ਼ੱਕ ਭਰਨੀਆਂ, ਫਲਾਣਾ ਕਰਨਾ, ਧਮਕਾ ਕਰਨਾ। ਬੜੇ ਬੋਲ ਕਬੋਲ ਬੋਲੇ। ਕਈ ਨਾ ਬਾਏ ਨੇਚਰ ਭੈੜੇ ਬੰਦੇ ਹੁੰਦੇ ਨੇ, ਕੁਰਖਤ ਹੁੰਦੇ ਨੇ, ਉਹਨਾਂ ਨੂੰ ਕੋਈ ਲਿਆਕਤ ਨਹੀਂ ਹੁੰਦੀ, ਹੈ ਨਾ। ਫਿਰ ਜਿਹੜੇ ਦੁਨੀਆਦਾਰ ਹੁੰਦੇ ਨੇ ਉਹ ਤਾਂ ਸਾਧੂਆਂ ਦੀ ਰਮਜ ਨੂੰ ਸਮਝਦੇ ਨਹੀਂ, ਉਹ ਤਾਂ ਸਾਧੂਆਂ ਬਾਰੇ ਜਾਣ ਹੀ ਨਹੀਂ ਸਕਦੇ। ਹੁਣ ਸਾਖਤ ਬੰਦਾ ਸਾਧੂਆਂ ਬਾਰੇ ਕੀ ਜਾਣ ਸਕਦਾ? ਹੁਣ ਉਹਨੇ ਉਹਦੀ ਅਵਸਥਾ ਜਾਂ ਉਹਦੀ ਕੋਈ ਜੀਵਨ ਬਾਰੇ ਕੁਛ ਨਹੀਂ ਜਾਣਿਆ। ਉਹ ਕਬੋਲ ਬੋਲਦੀ ਰਹੀ। ਉਹ ਚਲੋ ਬਾਹਰ ਆ ਕੇ ਜਿਹੜਾ ਪਿੰਡ ਦਾ ਝਿੜਾ ਸੀ ਉਹਦੇ ਵਿੱਚ ਆ ਕੇ ਬੈਠ ਗਿਆ। ਪਰਮਾਤਮਾ ਦੀ ਭਗਤੀ ਲੱਗਿਆ ਕਰਨ। ਪਰਮਾਤਮਾ ਇਹ ਵੀ ਤੇਰਾ ਇੱਕ ਮਿੱਠਾ ਫਲ ਹੈ, ਸ਼ੁਕਰ ਹੈ ਪਰਮਾਤਮਾ ਤੂੰ ਮੇਰੀ ਝੋਲੀ ਪਾਇਆ। ਉਹਨੇ ਬੁਰਾ ਨਹੀਂ ਮੰਨਿਆ। ਹੁਣ ਪਰਮਾਤਮਾ ਨੂੰ ਆਪਣੇ ਭਗਤ ਦੀ ਲਾਜ ਆਈ, ਕਿਉਂਕਿ ਭਗਤਾਂ ਦੇ ਰਾਹੀਂ ਪ੍ਰਗਟ ਕਰਨਾ ਹੁੰਦਾ ਪਰਮਾਤਮਾ ਨੇ। ਪਰਮਾਤਮਾ ਉਹਦਾ ਮਨੀਮ ਬਣ ਕੇ ਉਹ ਕੁੜੀ ਦੇ ਘਰ ਗਿਆ। ਉਹਨੇ ਬੁਲਾਇਆ ਕਿ ਭਾਈ ਮੈਂ ਸੇਠ ਨਰਸੀ ਰਾਮ ਦਾ ਮੁਨੀਮ ਹਾਂ, ਦੱਸੋ ਤੁਹਾਨੂੰ ਕੀ ਚਾਹੀਦਾ, ਨਾਨਕ ਸ਼ੱਕ 'ਚ ਕੀ ਪਾਉਣਾ ਚਾਹੀਦਾ। ਉਹਨੇ ਜਿੰਨੀ ਲੋੜ ਸੀ ਨਾ ਉਦੋਂ ਕਈ ਗੁਣਾ ਵੱਧ ਮੰਗ ਲਿਆ ਉਹਦੀ ਸੱਸ ਨੇ। ਇੱਕ ਗੱਡਾ ਸੁਰਮੇ ਦਾ ਹੋਵੇ, ਐਨੇ ਗੱਡੇ ਆਟੇ ਅਨਾਜ ਸੀਤੇ ਦੇ ਹੋਣ, ਐਨੇ ਗੱਡੇ ਕੱਪੜਿਆਂ ਦੇ ਹੋਣ, ਐਨੇ ਗੱਡੇ ਅਨਾਜ ਦੇ ਹੋਣ, ਐਨੇ ਗੱਡੇ ਇਹ ਮਿੱਠੇ ਖੰਡ ਦੇ ਹੋਣ। ਉਹਨੇ ਬਹੁਤ ਕੁਛ ਮੰਗ ਲਿਆ। ਉਹਨੇ ਸਾਰਾ ਕੁਛ ਹਾਜ਼ਰ ਕਰਤਾ, ਜਿੰਨਾ ਜਿੰਨਾ ਮੰਗਿਆ ਉਦੋਂ ਵੀ ਵੱਧ ਦੇਤਾ। ਇੰਨਾ ਦੇਤਾ ਸਾਧ ਸੰਗਤ ਜੀ ਉਹਨਾਂ ਦਾ ਘਰ ਛੋਟਾ ਪੈ ਗਿਆ ਤੇ ਸਮਾਨ ਰੱਖਣ ਨੂੰ ਜਗ੍ਹਾ ਨਹੀਂ ਰਹੀ। ਬੱਦਲ ਬਣ ਕੇ ਆ ਗਿਆ, ਚੜ੍ਹ ਗਿਆ। ਹੁਣ ਬੁੜੀ ਨੂੰ ਫਿਕਰ ਲੱਗ ਗਿਆ ਸਮਾਨ ਸਾਂਭਾਂ ਕਿੱਥੇ। ਉਹ ਬੜੀ ਹੈਰਾਨ। ਉਹ ਕਹਿੰਦਾ ਮਾਤਾ ਜੇ ਕੋਈ ਹੁਣ ਹੋਰ ਕੋਈ ਮਨ ਦੇ ਵਿੱਚ ਚਾਹਨਾ ਉਹ ਵੀ ਦੱਸ ਦੇ, ਪਰ ਮੇਰੇ ਸੇਠ ਨੂੰ ਤੂੰ ਮਾੜਾ ਨਹੀਂ ਬੋਲਣਾ। ਦੇਖੋ ਰੱਬ ਆਪ ਆਪਣੇ ਭਗਤ ਦਾ ਨੌਕਰ ਬਣ ਕੇ ਗਿਆ, ਉਹਦਾ ਮਨੀਮ ਬਣ ਕੇ ਗਿਆ, ਉਹਦਾ ਸ਼ਾਹੂਕਾਰ ਨਹੀਂ ਬਣ ਕੇ ਗਿਆ, ਬਲਕਿ ਉਹਦਾ ਮਨੀਮ ਬਣ ਕੇ ਗਿਆ, ਨੌਕਰ ਬਣ ਕੇ ਗਿਆ। ਮਾਤਾ ਮੇਰੇ ਸੇਠ ਨੂੰ ਮਾੜਾ ਨਹੀਂ ਬੋਲਣਾ, ਕੋਈ ਹੋਰ ਲੋੜਾ ਹੋਰ ਦੱਸ ਦੇ। ਮੇਰੇ ਸੇਠ ਨੇ ਬੜਾ ਸਮਾਨ ਭੇਜਿਆ, ਬੜੇ ਗੱਡੇ ਖੜੇ ਨੇ ਬਾਹਰ। ਪਿੰਡ ਦੇ ਲੋਕਾਂ ਨੇ ਖਬਰ ਦਿੱਤੀ ਵੀ ਫਿਰ ਨਹੀਂ ਭਰੀ ਖੜੀ ਆ ਗੱਡਿਆਂ ਦੇ ਲੱਦੀ ਹੋਈ ਸਮਾਨ ਦੀ। ਕਹਿੰਦੀ ਭਾਈ ਹੁਣ ਆਪਣੇ ਸਾਰੇ ਗੱਡੇ ਲੈ ਜਾ, ਬਸ ਹੁਣ ਆਹੀ ਸਮਾਨ ਮੈਥੋਂ ਸੰਭਦਾ ਨਹੀਂ। ਕਿਸੇ ਨੇ ਕੋਈ ਲੋਕੀ ਫਿਰ ਜਾ ਰਹੇ ਨੇ ਹਾਜਤ ਵਾਸਤੇ ਉਹ ਝਿੜੇ ਵੱਲ, ਧੰਨ ਨਰਸੀ ਭਗਤ ਧੰਨ ਨਰਸੀ ਰਾਮ, ਧੰਨ ਨਰਸੀ ਰਾਮ ਕਹਿੰਦੇ ਜਾ ਰਹੇ ਨੇ। ਉਹ ਕਿਸੇ ਨੇ ਕਿਹਾ ਨਰਸੀ ਤੂੰ ਇੱਥੇ ਬੈਠਾ ਹੈ, ਚੱਲ ਤੂੰ ਤੇਰੀ ਸ਼ੱਕ ਭਰ ਗਿਆ ਕੋਈ, ਤੇ ਪਤਾ ਨਹੀਂ ਤੇਰਾ ਕੋਈ ਮਨੀਮ ਸੀ, ਤੂੰ ਜਾ ਕੇ ਜਾ। ਫਿਰ ਉਹ ਵੀ ਕੁੜਮ ਵੀ ਲੱਭਦੇ ਵੀ ਇਸ ਤਾਂ ਉਹਦੀ ਐਵੇਂ ਬੇਇੱਜ਼ਤੀ ਕਰਤੀ, ਐਡਾ ਵੱਡਾ ਬੰਦਾ ਸੀ। ਉਹ ਵੀ ਲੱਭਦੇ ਬੜੇ ਆਦਰ ਸਹਿਤ ਲੈ ਕੇ ਗਏ। ਸਾਧ ਸੰਗਤ ਜੀ ਇਹ ਪਰਮਾਤਮਾ ਨੇ ਆਪਣੇ ਭਗਤਾਂ ਦੇ ਰਾਹੀਂ ਹੀ ਪ੍ਰਗਟ ਕਰਨਾ ਹੁੰਦਾ। ਉਹ ਕਹਿੰਦੇ ਕਿਰਪਾ ਕਰਕੇ ਆਪਣੇ ਭਗਤਾਂ ਦੇ ਰਾਹੀਂ ਪ੍ਰਗਟ ਹੁੰਦਾ, ਜਿਹੜੇ ਹਮੇਸ਼ਾ ਆਪਣੇ ਹਿਰਦੇ ਦੇ ਵਿੱਚ ਨਾਮ ਜਪ ਕੇ ਸਦੀਵੀ ਸੁੱਖ ਪ੍ਰਾਪਤ ਕਰ ਲੈਂਦੇ ਨੇ। ਉਹਨਾਂ ਭਗਤਾਂ ਰਾਹੀਂ ਪ੍ਰਗਟ ਹੁੰਦਾ। ਜਿਹੜੇ ਮੇਰੇ ਵਰਗੇ ਨਾਮ ਧਰੀਕ ਭਗਤ ਨੇ ਉਹਨਾਂ ਦੇ ਰਾਹੀਂ ਪ੍ਰਗਟ ਨਹੀਂ ਹੁੰਦਾ। ਇਹ ਵੀ ਯਾਦ ਰੱਖਣਾ। ਜਿਹੜੇ ਉਹਦੇ ਸੱਚੇ ਭਗਤ ਨੇ ਉਹਨਾਂ ਰਾਹੀਂ ਪ੍ਰਗਟ ਹੁੰਦਾ। ਸੰਤ ਸੰਗ ਮਿਲ ਹਰ ਹਰ ਜਪਿਆ, ਬਿਨਸੇ ਆਲਸ ਰੋਗਾ ਜੀਓ। ਇਹੋ ਜਿਹੇ ਫਿਰ ਸਾਧੂਆਂ ਦੇ, ਇਹੋ ਜਿਹੇ ਸੰਤਾਂ ਦੇ ਨਾਲ ਮਿਲ ਕੇ ਜਿਹਨੂੰ ਹਰ ਹਰ ਜਪਦੇ ਆ ਨਾ, ਫਿਰ ਕਹਿੰਦੇ ਆਲਸ ਦਾ ਰੋਗ ਇਹ ਖਤਮ ਹੋ ਜਾਂਦਾ। ਸਾਧ ਸੰਗਤ ਜੀ ਜਦੋਂ ਆਪਾਂ ਸ਼ੁਰੂ 'ਚ ਭਗਤੀ ਵਾਲੇ ਪਾਸੇ ਲੱਗਦੇ ਹਾਂ, ਇਹ ਆਲਸ ਦਾ ਰੋਗ ਸਭ ਤੋਂ ਵੱਡੀ ਰੁਕਾਵਟ ਬਣਦਾ। ਪਾਠ ਕਰਦਿਆਂ ਆਵਾਸੀਆਂ ਲੱਗਦੀਆਂ ਨੇ, ਸੁਸਤੀ ਪੈਂਦੀ ਹੈ, ਨਾਮ ਸਿਮਰਦਿਆਂ ਅੱਖਾਂ ਬੰਦ ਕਰਕੇ ਬਹਿਨੇ ਆ ਤਾਂ ਫਿਰ ਆਲਸ ਲੋਕ ਜਿਹੜੇ ਆਲਸ ਰੋਗ ਹੈ ਇਹ ਤੰਗ ਕਰਦਾ। ਦੇਖੋ ਸਤਿਗੁਰੂ ਨੇ ਵੀ ਇੱਕ ਥਾਂ ਤੇ ਲਿਖਿਆ ਹੈ, ਕਹਿੰਦੇ ਬੁਰੇ ਕਾਮ ਕਾ ਊਠ ਖਲੋਇਆ, ਨਾਮ ਕੀ ਬੇੜਾ ਪੈ ਸੋਇਆ। ਕਿਉਂਕਿ ਨਾਮ ਦੀ ਵੇਲਾ ਸੁਸਤੀ ਪੈਂਦੀ ਆ। ਫਿਰ ਜਦੋਂ ਇਹੋ ਜਿਹੇ ਸੰਤਾਂ ਸੰਗਾਂ ਸਾਧੂ ਸੰਤਾਂ ਦੀ ਸੰਗਤ ਦੇ ਵਿੱਚ ਮਿਲ ਕੇ ਪਰਮਾਤਮਾ ਦਾ ਨਾਮ ਜਪਦਿਆਂ ਤਾਂ ਫਿਰ ਇਹ ਆਲਸ ਰੋਗ ਖਤਮ ਹੋ ਜਾਂਦਾ। ਫਿਰ ਆਲਸ ਨਹੀਂ ਰਹਿੰਦੀ, ਸਗੋਂ ਉਦਮ ਪ੍ਰਸਾਰਿਤ ਹੁੰਦਾ, ਕਿਉਂਕਿ ਨਾਮ ਦੇ ਵਿੱਚੋਂ ਰਸ ਆਉਣਾ ਸ਼ੁਰੂ ਹੋ ਜਾਂਦਾ। ਜਿਹੜੇ ਕੰਮ 'ਚੋਂ ਸਾਨੂੰ ਰਸ ਆਉਂਦਾ ਸਾਧ ਸੰਗਤ ਜੀ, ਫਿਰ ਉਸ ਕੰਮ ਕਰਨ ਨੂੰ ਸਾਡਾ ਮਨ ਮੰਨ ਜਾਂਦਾ। ਜਾ ਕੈ ਗ੍ਰਹਿ ਨਾਮ ਨਿਧ ਹਰ ਭਾਈ, ਤਿਸ ਮਿਲਿਆ ਜਿਸ ਪੁਰਬ ਕਮਾਈ। ਗਿਆਨ ਧਿਆਨ ਪੂਰਨ ਪਰਮੇਸ਼ਵਰ, ਪ੍ਰਭ ਸਭਨਾ ਗੱਲਾਂ ਜੋਗਾ ਜੀਓ। ਕਹਿੰਦੇ ਜਿਹਦੇ ਘਰ ਵਿੱਚ 9 ਨਿਧੀਆਂ ਰੂਪੀ ਖਜ਼ਾਨੇ ਨੇ, ਜਿਹੜੇ ਪਰਮਾਤਮਾ ਦੇ ਘਰ ਵਿੱਚ 9 ਨਿਧੀਆਂ ਦੇ ਖਜ਼ਾਨੇ ਨੇ, ਹੇ ਭਾਈ ਉਹ ਪਰਮਾਤਮਾ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੀ ਪਿਛਲੇ ਜਨਮਾਂ ਦੀ ਕਮਾਈ ਹੁੰਦੀ ਹੈ, ਜਿਨ੍ਹਾਂ ਨੇ ਪਿਛਲੇ ਜਨਮ 'ਚ ਭਗਤੀ ਕੀਤੀ ਹੁੰਦੀ ਹੈ। ਭਗਤ ਧੰਨਾ ਜੀ ਨੂੰ ਪਰਮਾਤਮਾ ਨੇ ਇਹੀ ਕਿਹਾ ਸੀ, ਧੰਨਿਆ ਹਉਮੈ ਨਾ ਕਰ ਬੈਠੀ ਕਿਤੇ, ਤੂੰ 36 ਜਨਮਾਂ ਤੋਂ ਭਗਤੀ ਕਰ ਰਿਹਾ,
ਕਿੰਨੇ ਜਨਮ ਹੋ ਗਏ ਤੈਨੂੰ ਭਗਤੀ ਕਰਦਿਆਂ, ਸਿਰਫ ਇਹ ਤੇਰੇ ਆਹੀ 3 ਪੈਰ ਰਹਿੰਦੇ ਸੀ, ਤੇਰੇ 3 ਪੈਰ ਪੂਰੇ ਹੋ ਗਏ ਤੇ ਮੈਂ ਪ੍ਰਗਟ ਹੋ ਗਿਆ। ਸਾਧ ਸੰਗਤ ਜੀ, ਆਪਾਂ ਨੂੰ ਲੱਗਦਾ ਕਿ ਯਾਰ ਇਹ ਫਲਾਣਾ ਬੰਦਾ ਮੈਥੋਂ ਪਿੱਛੋਂ ਲੱਗਿਆ ਸੀ, ਮੈਥੋਂ ਅੱਗੇ ਟੱਪ ਗਿਆ। ਨਹੀਂ, ਹੋ ਸਕਦਾ ਉਹਦੀ ਪਿਛਲੇ ਜਨਮ ਦੀ ਬੜੀ ਕਮਾਈ ਹੋਵੇ। ਕਹਿੰਦੇ ਉਹ ਪਰਮਾਤਮਾ ਉਹਨੂੰ ਮਿਲਦਾ ਜਿਹਦੇ ਪਿਛਲੇ ਜਨਮਾਂ ਦੀ ਕਮਾਈ ਹੁੰਦੀ ਹੈ ਕੋਈ। ਗਿਆਨ ਧਿਆਨ ਪੂਰਨ ਪਰਮੇਸ਼ਰ, ਉਹਨਾਂ ਦਾ ਗਿਆਨ ਵੀ, ਉਹਨਾਂ ਦਾ ਧਿਆਨ ਵੀ ਉਹ ਪਰਿਪੂਰਨ ਪਰਮਾਤਮਾ ਹੀ ਹੁੰਦਾ, ਕਿਉਂਕਿ ਉਹਨਾਂ ਨੇ ਗਿਆਨ ਧਿਆਨ ਨੂੰ ਪਰਮਾਤਮਾ ਤੋਂ ਬਗੈਰ ਹੋਰ ਕੁਛ ਜਾਣੇ ਨਹੀਂ ਹੁੰਦਾ। ਆਪਾਂ ਭੱਟ ਸਾਹਿਬਾਨ ਦੇ ਸਵਈਆਂ 'ਚ ਵੀ ਪੜ੍ਹਦੇ ਹਾਂ ਨਾ, ਕਹਿੰਦੇ ਅਸਲ ਵਿੱਚ ਉਹੀ ਗਿਆਨ ਹੈ ਜਿਹੜਾ ਪਰਮਾਤਮਾ ਤੋਂ ਬਗੈਰ ਹੋਰ ਕਿਸੇ ਨੂੰ ਜਾਣੇ ਨਾ, ਉਹੀ ਗਿਆਨ ਹੈ। ਹੁਣ ਕਹਿੰਦੇ ਉਹਨਾਂ ਦਾ ਗਿਆਨ, ਉਹਨਾਂ ਦਾ ਧਿਆਨ ਪਰਮਾਤਮਾ ਹੀ ਹੁੰਦਾ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਹੁੰਦਾ ਕਿ ਪ੍ਰਭ ਸਭਨਾ ਗੱਲਾਂ ਜੋਗਾ ਜੀਓ। ਪਰਮਾਤਮਾ ਕੁਛ ਵੀ ਕਰ ਸਕਦਾ ਹੈ। ਪਰਮਾਤਮਾ ਕੌੜਿਆਂ ਨੂੰ ਮਿੱਠੇ ਕਰ ਸਕਦਾ, ਮੂਰਖਾਂ ਨੂੰ ਪੰਡਤ ਬਣਾ ਸਕਦਾ, ਕਾਗਾਂ ਨੂੰ ਬਗਲੇ ਬਣਾ ਸਕਦਾ, ਖੁਸਰਿਆਂ ਦੇ ਘਰ ਬੱਚੇ ਪੈਦਾ ਕਰ ਸਕਦਾ, ਦਿਨ ਨੂੰ ਰਾਤ ਬਣਾ ਸਕਦਾ, ਰਾਤ ਨੂੰ ਦਿਨ ਬਣਾ ਸਕਦਾ, ਸਮੁੰਦਰਾਂ ਦੇ ਵਿੱਚ ਟਿੱਬੇ ਬਣਾ ਸਕਦਾ, ਟਿੱਬਿਆਂ ਦੇ ਵਿੱਚ ਸਮੁੰਦਰ ਬਣਾ ਸਕਦਾ, ਮਰਿਆਂ ਹੋਇਆਂ ਨੂੰ ਜਿਉਂਦੇ ਕਰ ਸਕਦਾ, ਤੇ ਜਿਉਂਦਿਆਂ ਨੂੰ ਬਿਨਾਂ ਸਵਾਸ ਤੋਂ ਵੀ ਉਹ ਜਿਉਂਦੇ ਕਰ ਸਕਦਾ, ਬਿਨਾਂ ਸਵਾਸ ਤੋਂ ਵੀ ਉਹ ਜਿਉਂਦੇ ਕਰ ਸਕਦਾ। ਪਰਮਾਤਮਾ ਸਾਰੀਆਂ ਗੱਲਾਂ ਜੋਗਾ, ਹਰ ਜੋ ਸਾਡੀ ਇਮੈਜੀਨੇਸ਼ਨ 'ਚ ਵੀ ਨਹੀਂ ਆਉਂਦਾ ਨਾ, ਜੋ ਸਾਡੀ ਕਲਪਨਾ 'ਚ ਨਹੀਂ ਆਉਂਦਾ, ਪਰਮਾਤਮਾ ਉਹ ਵੀ ਕੁਛ ਕਰਕੇ ਦਿਖਾ ਸਕਦਾ, ਦਿਨੇ ਤਾਰੇ ਵੀ ਦਿਖਾ ਸਕਦਾ। ਖਿਨ ਮੈਂ ਥਾਪ ਉਥਾਪਣ ਹਾਰਾ, ਆਪ ਅਕੰਤੀ ਆਪ ਵਸਾਰਾ, ਲੇਪ ਨਹੀਂ ਜਗ ਜੀਵਨ ਦਾਤੇ, ਦਰਸ਼ਨ ਡਿੱਠੇ ਲਹਿਣ ਵਿਜੋਗਾ ਜੀਓ। ਉਹ ਪਰਮਾਤਮਾ ਇਹ ਸ੍ਰਿਸ਼ਟੀ ਨੂੰ ਇੱਕ ਖਿੰਨ ਦੇ ਵਿੱਚ ਥਾਪ ਵੀ ਸਕਦਾ ਤੇ ਮੇਟ ਵੀ ਸਕਦਾ, ਬਣਾ ਵੀ ਸਕਦਾ। ਉਹ ਪਰਮਾਤਮਾ ਆਪ ਹੀ ਅਕਾਂਤੀ ਹੈ ਤੇ ਆਪ ਹੀ ਉਹ ਪਸਾਰਾ ਰੂਪ ਹੈ, ਆਪ ਹੀ ਉਹ ਨਿਰਗੁਣ ਹੈ, ਆਪ ਹੀ ਉਹ ਸਰਗੁਣ ਹੈ। ਇਹ ਪਰਮਾਤਮਾ ਨੂੰ ਇੱਕ ਤਿਲ ਜਿੰਨਾ ਵੀ ਕੋਈ ਲੇਪ ਨਹੀਂ ਹੈ, ਕੋਈ ਸ਼ੋਪ ਨਹੀਂ ਹੈ ਇਹ ਪਰਮਾਤਮਾ ਨੂੰ। ਉਹ ਜਗਜੀਵਨ, ਸਾਰੇ ਜੱਗ ਨੂੰ ਜੀਵਨ ਦੇਣ ਵਾਲੇ ਦਾਤੇ ਨੂੰ ਇੱਕ ਤਿਲ ਜਿੰਨੀ ਵੀ ਕੋਈ ਤਮਾ ਨਹੀਂ ਹੈ, ਕੋਈ ਲੇਪ ਸ਼ੇਪ ਨਹੀਂ ਹੈ ਉਹਨੂੰ। ਉਹਦੇ ਦਾ ਦਰਸ਼ਨ ਕਰਕੇ ਵਿਜੋਗ ਦੇ ਦੁੱਖ ਖਤਮ ਹੋ ਜਾਂਦੇ ਨੇ, ਆਦਿ ਦੇ ਰੋਗ ਖਤਮ ਹੋ ਜਾਂਦੇ ਨੇ, ਹਉਮੈ ਰੇਤੇ ਦੇ ਪਰਬਤ ਵਾਂਗ ਘਿਰ ਜਾਂਦੀ ਹੈ। ਸਾਧ ਸੰਗਤ ਜੀ, ਉਹਦੇ ਦਾ ਦਰਸ਼ਨ ਹੀ ਐਸੇ ਨੇ ਕਿ ਤੁਧ ਡਿੱਠੇ ਸੱਚੇ ਪਾਤਸ਼ਾਹ, ਜਨਮ ਮਲ ਜਨਮ ਜਨਮ ਕੀ ਕੱਟੀਏ। ਹਾਂ, ਭਾਵਨਾ ਹੋਣੀ ਚਾਹੀਦੀ ਹੈ। ਸਾਧ ਸੰਗਤ ਜੀ, ਜੇ ਭਾਵਨਾ ਤਾਂ ਫਿਰ ਉਹਦੇ ਦਰਸ਼ਨ ਬਹੁਤ ਹੀ ਲਾਭਕਾਰੀ ਨੇ। ਜੇ ਅਸੀਂ ਸ਼ੰਕਾ ਦੇ ਨਾਲ ਕਿਸੇ ਮਤਲਬ ਹੋਰ ਭਾਵਨਾ ਦੇ ਨਾਲ ਉਹਦੇ ਦਰਸ਼ਨ ਕਰਦੇ ਹਾਂ, ਫਿਰ ਸਾਨੂੰ ਕੋਈ ਬਹੁਤਾ ਲਾਭ ਨਹੀਂ ਹੁੰਦਾ। ਹਾਂ, ਲਾਭ ਜ਼ਰੂਰ ਹੁੰਦਾ। ਜਿਵੇਂ ਅਕਬਰ ਦੇ ਚਾਚੇ ਦਾ ਮੁੰਡਾ ਸੀ, ਜਦੋਂ ਦਰਸ਼ਨ ਕੀਤੇ ਤੀਸਰੇ ਪਾਤਸ਼ਾਹ ਦੇ, ਜਦੋਂ ਅਕਬਰ ਨੇ ਮੱਥਾ ਟੇਕਿਆ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ, ਤਾਂ ਉਹ ਨੱਕ ਚੜ੍ਹਾ ਕੇ ਕਹਿੰਦਾ ਇਹ ਕਹਿੰਦਾ ਸਾਧ ਚੱਕਰਵਰਤੀ ਰਾਜਾ ਹੈ, ਇਹ ਸਾਧਾਂ ਦੇ ਫਕੀਰਾਂ ਦੇ ਪੈਰਾਂ 'ਚ ਡਿੱਗਦਾ ਫਿਰਦਾ। ਦਰਸ਼ਨ ਕੀਤੇ, ਉਹ ਮਰ ਕੇ ਸ਼ੇਰ ਬਣ ਗਿਆ। ਉਹਦੀ ਮੁਕਤੀ 6ਵੇਂ ਜਨਮ 'ਚ ਕੀਤੀ, ਜਦੋਂ ਜਹਾਂਗੀਰ ਨੇ ਕਿਹਾ ਕਿ ਸੱਚੇ ਪਾਤਸ਼ਾਹ ਇੱਥੇ ਬੜਾ ਭਾਰੀ ਸ਼ੇਰ ਹੈ, ਉਹਦੇ ਇਹ ਨਗਰ ਨਿਵਾਸੀਆਂ ਨੂੰ ਬੜਾ ਪਰੇਸ਼ਾਨ ਕਰਦਾ, ਆਓ ਚਲੋ ਉਹਦਾ ਸ਼ਿਕਾਰ ਕਰਕੇ ਆਈਏ। ਜਦੋਂ ਹੁਣ ਅੱਗੇ ਗਏ, ਬੜਾ ਵੱਡਾ ਭਾਰੀ ਸ਼ੇਰ ਬੈਠਾ। ਹੁਣ ਜਹਾਂਗੀਰ ਨੇ ਦੇਖਿਆ, ਕਿਉਂਕਿ ਲੋਕ ਚਲਾਕ ਹੁੰਦੇ ਨੇ, ਬਈ ਉਹ ਕਹਿੰਦਾ ਸੱਚੇ ਪਾਤਸ਼ਾਹ ਸ਼ੇਰ ਨੂੰ ਤਾਂ ਤੁਸੀਂ ਉਹ ਮਾਰ ਸਕਦੇ ਹੋ। ਉਹਨੂੰ ਇਹ ਸੀ ਜੇ ਸ਼ੇਰ ਨੇ ਇਹ ਮਾਰਤਾ ਤਾਂ ਮੇਰਾ ਦੁਸ਼ਮਣ ਖਤਮ ਹੋ ਜੂ, ਜੇ ਇਹਨਾਂ ਨੇ ਸ਼ੇਰ ਨੂੰ ਮਾਰਤਾ ਤਾਂ ਮੇਰੀ ਵਾਹ ਵਾਹ ਹੋ ਜਾਣੀ ਹੈ। ਕਹਿੰਦੇ ਗਰੀਬ ਨਵਾਜ਼ ਸ਼ੇਰ ਨੂੰ ਤਾਂ ਫਿਰ ਤੁਸੀਂ ਉਹ ਮਾਰ ਸਕਦੇ ਹੋ, ਹੁਣ ਮੇਰੇ ਮਾਰਨ ਦਾ ਤਾਂ ਨਹੀਂ। ਦਿਲਾਂ ਦੀਆਂ ਜਾਣਨ ਵਾਲੇ ਸਤਿਗੁਰੂ ਆਪਣੀ ਢਾਲ ਤਲਵਾਰ ਲੈ ਕੇ ਗਏ ਤੇ ਸ਼ੇਰ ਨੇ ਦੇਖ ਕੇ ਚੱਡਿਆਂ 'ਚ ਪੂਛ ਲੈ ਲਈ। ਉਹ ਕਹਿੰਦੇ ਭਾਈ ਤੂੰ ਹੁਣ ਪੂਛ ਨਾ ਦੱਬ, ਤੂੰ ਸ਼ੇਰ ਹੈ ਸ਼ੇਰ, ਆਪਣੇ ਸ਼ੇਰ ਵਾਲੇ ਫਰਜ਼ ਨੂੰ ਨਿਭਾ, ਚੱਲ ਆ ਕਰ ਹਮਲਾ। ਉਹ ਜਦੋਂ ਸ਼ੇਰ ਨੇ ਬੰਗਾਰ ਸੁਣੀ, ਸ਼ੇਰ ਨੇ ਹਮਲਾ ਕੀਤਾ, ਤਾਂ ਇਹ ਵਡਜੋਧੇ ਪਰਉਪਕਾਰੀ ਸਤਿਗੁਰੂ ਨੇ ਖੱਬੇ ਹੱਥ ਨਾਲ ਢਾਲ ਤੇ ਉਹਨੂੰ ਰੋਕ ਲਿਆ ਤੇ ਸੱਜੇ ਹੱਥ ਦੇ ਇੱਕੋ ਵਾਰ ਨਾਲ ਉਹਨੂੰ ਪੇਟ ਦੇ ਥਾਂ ਤੋਂ ਕੱਟ ਕੇ 2 ਟੋਟਿਆਂ 'ਚ ਵੰਡਤਾ। ਫਿਰ ਉਹਨੂੰ ਕਿਹਾ, ਕਹਿੰਦੇ ਮਹਾਰਾਜ ਤਾਂ ਸ਼ੇਰ ਬੜਾ ਭਾਰੀ ਹੈ। ਕਹਿੰਦੇ ਜਹਾਂਗੀਰ ਤੇਰਾ ਰਿਸ਼ਤੇਦਾਰ ਹੈ। ਇਹ ਮਹਾਰਾਜ ਮੇਰਾ ਰਿਸ਼ਤੇਦਾਰ ਕਿਵੇਂ ਹੋ ਸਕਦਾ? ਕਹਿੰਦੇ ਹਾਂ, ਇਹ ਤੇਰਾ ਫਲਾਣਾ ਚਾਚਾ। ਦੇਖ, ਜਦੋਂ ਉਹਦੇ ਵਿੱਚੋਂ ਜਹਾਂਗੀਰ ਦੇ ਕਿਰਪਾ ਕੀਤੀ ਨਾ ਜਹਾਂਗੀਰ ਤੇ, ਤਾਂ ਉਹਨੂੰ ਕੀ ਦੇਖਿਆ? ਉਹਦਾ ਉਹੀ ਚਾਚਾ ਹੱਥ ਬੰਨ੍ਹ ਕੇ ਖੜਾ, ਮਹਾਰਾਜ ਮੈਨੂੰ ਧੰਨਵਾਦ ਤੁਹਾਡਾ, ਤੁਹਾਡੀ ਪਵਿੱਤਰ ਕਿਰਪਾਨ ਨਾਲ ਮੈਨੂੰ ਮੁਕਤੀ ਪ੍ਰਾਪਤ ਹੋਈ ਹੈ। ਮੈਂ ਹੁਣ ਸੱਚਖੰਡ ਨੂੰ ਜਾ ਰਿਹਾ। ਮਹਾਰਾਜ ਤੁਹਾਡੇ ਦਰਸ਼ਨ ਉਦੋਂ ਕੀਤੇ ਸੀ, ਉਹਨਾਂ ਦਾ ਫਲ ਮਿਲਿਆ, ਪਰ ਹੁਣ ਮੈਂ ਤੁਹਾਡੇ ਬੜੇ ਭਾਵਨਾ ਨਾਲ ਦਰਸ਼ਨ ਕਰ ਰਿਹਾ, ਹੁਣ ਮੇਰੇ ਸਾਰੇ ਪਾਪ ਕੱਟੇ ਗਏ। ਦਰਸ਼ਨ ਤਾਂ ਬੇਸ਼ੱਕ ਅਸੀਂ ਭੈੜੇ ਭਾਵਨਾ ਨਾਲ ਕਰੀਏ, ਹੁਣ ਜਿਹੜੇ
ਗੁਰੂ ਮਹਾਰਾਜ ਦੇ ਤੀਰਾਂ ਤਲਵਾਰਾਂ ਨਾਲ ਮਰੇ ਨੇ, ਉਹ ਹੁਣ ਸਾਰੇ ਆ ਬੜੇ ਬੜੇ ਲੀਡਰੇ ਬਣੇ ਹੋਏ ਨੇ। ਉਹ ਸਾਰੇ ਕਿਉਂਕਿ ਜਿਹੜਾ ਗੁਰੂ ਦੇ ਸ਼ਸਤਰਾਂ ਨਾਲ ਮਰਿਆ ਉਹਨੂੰ ਉਹ ਉੱਚੇ ਉੱਚੇ ਅਹੁਦਿਆਂ ਨੂੰ ਪ੍ਰਾਪਤ ਹੋਏ ਨੇ। ਇਸ ਕਰਕੇ ਭਾਈ ਵੀਰ ਸਿੰਘ, ਭਾਈ ਧੀਰ ਸਿੰਘ ਮਹਾਰਾਜ ਦੀ ਬੰਦੂਕ ਅੱਗੇ ਐਵੇਂ ਨਹੀਂ ਖੜੇ ਹੈਗੇ, ਉਹਨਾਂ ਨੂੰ ਗਿਆਨ ਸੀ ਇਸ ਗੱਲ ਦਾ। ਕਹਿੰਦੇ ਉਹਦੇ ਦਰਸ਼ਨ ਕਰਕੇ ਤਾਂ ਇਹ ਵਿਜੋਗ ਦੇ ਦੁੱਖ ਖਤਮ ਹੋ ਜਾਂਦੇ ਨੇ। ਆਖਰੀ ਪਦੈ ਅੰਚਲ ਲਾਏ ਸਭ ਸਿਸ਼ਟ ਤਰਾਈ, ਆਪਣਾ ਨਾਉ ਆਪ ਜਪਾਈ, ਗੁਰ ਬੋਹਿਥ ਪਾਇਆ ਕਿਰਪਾ ਤੇ, ਨਾਨਕ ਧੁਰ ਸੰਜੋਗਾ ਜੀਓ। ਅੰਚਲ ਪੱਲੇ ਨੂੰ ਕਹਿੰਦੇ ਨੇ। ਕਹਿੰਦੇ ਉਸ ਨੇ ਸਾਧ ਸੰਗਤ ਰੂਪੀ ਪੱਲੇ ਦੇ ਨਾਲ ਲਾ ਕੇ ਸਾਰੀ ਸ੍ਰਿਸ਼ਟੀ ਨੂੰ ਤਾਰ ਦਿੱਤਾ। ਸਾਧ ਸੰਗਤ ਜੀ ਜਿਹਨੇ ਸਾਧ ਸੰਗਤ ਦਾ ਪੱਲਾ ਪਕੜ ਲਿਆ, ਉਹਨੇ ਤਾਂ ਅੱਜ ਨਹੀਂ ਕੱਲ, ਕੱਲ ਨਹੀਂ ਪਰਸੋਂ ਨੂੰ ਤਰਨਾ ਹੀ ਤਰਨਾ। ਇਹ ਤਾਂ ਸ਼ੰਕਾ ਕਰਨ ਦੀ ਲੋੜ ਨਹੀਂ ਹੈ, ਹੁਣ ਤਾਂ ਤਰਨਾ ਹੀ ਤਰਨਾ। ਉਹ ਆਪਣਾ ਨਾਉ ਆਪ ਚ ਪਾਉਂਦਾ। ਫਿਰ ਜਿਹੜਾ ਸਾਧ ਸੰਗਤ 'ਚ ਆ ਗਿਆ, ਜਿਹੜਾ ਉਹਨੇ ਆਪਣੇ ਪੱਲੇ ਲਾ ਲਿਆ ਨਾ, ਉਹ ਤੋਂ ਕਿਤੇ ਨਹਾਉਂਦਿਆਂ ਧੋਂਦਿਆਂ ਉਹ ਭੋਜਨ ਛਕਦਿਆਂ ਪਰਮਾਤਮਾ ਆਪਣਾ ਨਾਮ ਕਿਤੇ ਨਾ ਕਿਤੇ ਜ਼ਰੂਰ ਜਪਾਉਂਦਾ। ਫਿਰ ਹੌਲੀ ਹੌਲੀ ਰਸ ਆਉਣਾ ਸ਼ੁਰੂ ਹੋ ਜਾਂਦਾ। ਇਹ ਗੁਰ ਬੋਹਿਥ ਪਾਇਆ ਕਿਰਪਾ ਤੇ, ਪਰਮਾਤਮਾ ਦੀ ਕਿਰਪਾ ਦੇ ਨਾਲ ਗੁਰੂ ਰੂਪੀ ਜਹਾਜ਼ ਪ੍ਰਾਪਤ ਹੁੰਦਾ। ਤੇ ਨਾਨਕ ਧੁਰ ਸੰਜੋਗਾ ਜੀਓ, ਇਹ ਨਾਨਕ ਉਹਨਾਂ ਨੂੰ ਜਿਨ੍ਹਾਂ ਦੇ ਧੁਰ ਤੋਂ ਸੰਜੋਗ ਨੇ, ਜਿਨ੍ਹਾਂ ਦੇ ਧੁਰ ਤੋਂ ਹੀ ਲਿਖਿਆ ਹੋਇਆ। ਸਾਧ ਸੰਗਤ ਜੀ ਜੇ ਸਾਡੇ ਧੁਰ ਤੋਂ ਨਹੀਂ ਲਿਖਿਆ ਤਾਂ ਫਿਰ ਉਹ ਚੱਬੇ ਪਿੰਡ ਦੀ ਮਾਤਾ ਦੇਸਾਂ ਵਾਂਗ ਅਸੀਂ ਵੀ ਹੁਣ ਉਹਦੇ ਅੱਗੇ ਬੇਨਤੀ ਕਰੀਏ, ਪਰਮਾਤਮਾ ਜੀ ਹੇ ਗੁਰੂ ਮਹਾਰਾਜ, ਜੇ ਸਾਡੇ ਮੱਥੇ ਤੇ ਪੂਰਨ ਸੰਜੋਗ ਤੁਸੀਂ ਉੱਥੇ ਨਹੀਂ ਲਿਖੇ ਨਾ ਕਿਸੇ ਕਾਰਨ, ਦਾਤਿਆ ਉੱਥੇ ਵੀ ਤੁਸੀਂ ਲਿਖਣੇ ਸੀ, ਇੱਥੇ ਵੀ ਤੁਸੀਂ ਲਿਖਣੇ ਸੀ, ਸਾਡੇ ਮੱਥੇ ਦੇ ਉੱਤੇ ਹੁਣ ਪੂਰਨ ਸੰਜੋਗ ਲਿਖ ਦਿਓ। ਪ੍ਰਭ ਜੀ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ। ਦਾਤਾ ਜੀ ਦਇਆ ਕਰੋ, ਸਾਡੇ ਮੱਥੇ ਤੇ ਪੂਰਨ ਸੰਜੋਗ ਲਿਖ ਦਿਓ ਤਾਂ ਕਿ ਤੁਹਾਡੀ ਪ੍ਰਾਪਤੀ ਹੋ ਜਾਵੇ, ਸਾਡਾ ਇਹ ਜਨਮ ਮਰਨ ਦਾ ਸਰਕਲ ਖਤਮ ਹੋ ਜਾਵੇ, ਅਸੀਂ ਤੇਰੇ ਚਰਨਾਂ ਦਾ ਨਾਮ ਰਸ ਪੀਏ, ਆਨੰਦ ਮਾਣੀਏ। ਗਰੀਬ ਨਵਾਜ ਇਹ ਪਾਪਾਂ ਬਕਾਰਾਂ ਤੋਂ ਨਿਰਲੇਪ ਹੋ ਕੇ ਜ਼ਿੰਦਗੀ ਜਿਉਈਏ, ਨਿਰਮਲ ਹੋ ਕੇ ਜ਼ਿੰਦਗੀ ਜਿਉਈਏ। ਇਹ ਸਾਡੇ ਜੀਵਨ ਦਾ ਲਕਸ਼ ਹੈ। ਗਰੀਬ ਨਵਾਜ ਦੀ ਪਵਿੱਤਰ ਪਾਵਨ ਬਾਣੀ ਦੀ ਕਥਾ ਵਾਰਤਾ ਕਰਦਿਆਂ ਹੇ ਸਾਧ ਸੰਗਤ ਜੀ, ਬੇਅੰਤ ਕਿਸਮ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਤਰੁੱਟੀਆਂ ਹੋਈਆਂ ਨੇ, ਅਣਜਾਣ ਬੱਚਾ ਸਮਝ ਕੇ ਮੁਆਫ ਕਰ ਦੇਣਾ, ਅੱਗੇ ਵਾਸਤੇ ਅਸੀਸ ਬਖਸ਼ਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।